उत्पत्ति अध्याय 24। ਹੁਣ ਅਬਰਾਹਮ ਬਹੁਤ ਬਿਰਧ ਔਰ ਵੱਡੀ ਉਮਰ ਦਾ ਹੋ ਗਿਆ ਸੀ ਔਰ ਯਹੋਵਾ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਮ ਨੂੰ ਬਰਕਤ ਦਿੱਤੀ। ਤਾਂ ਅਬਰਾਹਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ, ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਸੀ, ਆਖਿਆ ਕਿ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ, ਤਾਂ ਜੋ ਮੈਂ ਤੈਨੂੰ ਯਹੋਵਾ ਆਕਾਸ਼ ਦੇ ਪਰਮੇਸ਼ਰ ਅਤੇ ਧਰਤੀ ਦੇ ਪਰਮੇਸ਼ਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਵਿੱਚ ਮੈਂ ਵਸਦਾ ਹਾਂ, ਧੀ ਨਾ ਵਿਆਹੀ, ਪਰ ਤੂੰ ਮੇਰੇ ਆਪਣੇ ਦੇਸ ਔਰ ਮੇਰੇ ਕੁਨਬੇ ਦੇ ਕੋਲ ਜਾਈ ਅਤੇ ਔਰ ਮੇਰੇ ਪੁੱਤਰ ਇਸਹਾਕ ਲਈ ਧੀ ਲੈ ਆਵੀ। ਤਾਂ ਉਸ ਨੌਕਰ ਨੇ ਉਹਨੂੰ ਆਖਿਆ, ਸ਼ਾਇਦ ਉਹ ਧੀ ਮੇਰੇ ਨਾਲ ਇਸ ਦੇਸ ਆਉਣ ਨਾ ਚਾਹੇ ਤਾਂ ਕਿ ਮੈਂ ਤੇਰੇ ਪੁੱਤਰ ਨੂੰ ਉਸ ਦੇਸ ਨੂੰ ਮੋੜ ਲੈ ਜਾਵਾਂ ਜਿੱਥੋਂ ਤੂੰ ਆਇਆ ਹੈ। ਅਬਰਾਹਮ ਨੇ ਉਸ ਨੂੰ ਆਖਿਆ, ਖਬਰਦਾਰ, ਤੂੰ ਮੇਰੇ ਪੁੱਤਰ ਨੂੰ ਉੱਤੇ ਕਦਤ ਨਾ ਮੋੜ ਲੈ ਜਾਵੀਂ। ਯਹੋਵਾ ਆਕਾਸ਼ ਦਾ ਪਰਮੇਸ਼ਰ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਔਰ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ ਅਤੇ ਜੋ ਮੇਰੇ ਨਾਲ ਬੋਲਿਆ ਔਰ ਮੇਰੇ ਨਾਲ ਸਹੁੰ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ਼ ਨੂੰ ਇਹ ਧਰਤੀ ਦਿਆਂਗਾ, ਉਹੀ ਆਪਣਾ ਦੂਤ ਤੇਰੇ ਅੱਗੇ ਕੱਲੇਗਾ ਔਰ ਤੂੰ ਉਤੋਂ ਮੇਰੇ ਪੁੱਤਰ ਲਈ ਧੀ ਲੈ ਆਵੇਗਾ। ਅਤੇ ਜੇ ਉਹ ਧੀ ਤੇਰੇ ਪਿੱਛੇ ਨਾ ਆਉਣ ਚਾਹੇ ਤਾਂ ਤੂੰ ਮੇਰੇ ਇਸ ਸਹੁੰ ਤੋਂ ਛੁੱਟ ਜਾਵੇਗਾ। ਕੇਵਲ ਮੇਰੇ ਪੁੱਤਰ ਨੂੰ ਉੱਤੇ ਕਦੀ ਨਾ ਉੱਤੇ ਮੋੜ ਲੈ ਜਾਵੀ। ਤਾਂ ਉਸ ਨੌਕਰ ਨੇ ਆਪਣੇ ਹੱਥ ਆਪਣੇ ਸਵਾਮੀ ਅਬਰਾਹਮ ਦੇ ਪੱਟ ਹੇਠ ਰੱਖ ਕੇ ਉਹਦੇ ਨਾਲ ਇਹ ਗੱਲ ਦੀ ਸਹੁੰ ਖਾਧੀ। ਉਪਰੰਤ ਉਹ ਨੌਕਰ ਆਪਣੇ ਸਵਾਮੀ ਦੇ ਊਠਾਂ ਵਿੱਚ 10 ਊਠ ਲੈ ਕੇ ਤੁਰ ਪਿਆ, ਕਿਉਂ ਜੋ ਉਹਦੇ ਹੱਥ ਵਿੱਚ ਉਹਦੇ ਸਵਾਮੀ ਦਾ ਸਾਰਾ ਮਾਲ ਧਨ ਸੀ, ਔਰ ਉੱਠ ਕੇ ਮਸਪਤੋਮੀਆ ਦੇ ਦੇਸ਼ ਵਿੱਚ ਨਾਹੋਰ ਦੇ ਨਗਰ ਤੱਕ ਗਿਆ। ਅਤੇ ਸ਼ਾਮਾਂ ਦੇ ਵੇਲੇ ਜਦ ਤੀਵੀਆਂ ਪਾਣੀ ਭਰਨ ਨੂੰ ਨਿਕਲੀਆਂ ਹਨ ਤਾਂ ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਬਿਠਾ ਦਿੱਤਾ। ਤਦ ਉਸ ਆਖਿਆ, ਹੇ ਯਹੋਵਾ ਮੇਰੇ ਸਵਾਮੀ ਅਬਰਾਹਮ ਦੇ ਪਰਮੇਸ਼ਰ, ਅੱਜ ਮੇਰਾ ਸਭ ਕਾਰਜ ਸਫਲ ਕਰ ਅਤੇ ਮੇਰੇ ਸਵਾਮੀ ਅਬਰਾਹਮ ਉੱਤੇ ਦਇਆ ਕਰ। ਵੇ, ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ ਔਰ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ। ਯੂੰ ਹੋਵੇ ਕਿ ਜਿਹੜੀ ਚੋਕਰੀ ਨੂੰ ਮੈਂ ਆਕਾਂ ਭਈ ਆਪਣੀ ਘੜਾ ਕੋੜਾ ਕਰੀ ਅਤੇ ਮੈਂ ਪੀਵਾਂਗਾ, ਤਾਂ ਉਹ ਆਕੇ ਪੀਓ ਔਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਸੋ ਉਹ ਹੋਵੇ ਜਿਸ ਨੂੰ ਤੈਂ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ। ਅਤੇ ਮੈਂ ਇਸ ਗੱਲ ਤੋਂ ਜਾਣਾਂਗਾ ਕਿ ਤੈਂ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ। ਤਾਂ ਯੂੰ ਹੋਇਆ ਜਾਂ ਉਹ ਇਸ ਗੱਲ ਕਰਦਾ ਹੀ ਸੀ ਤਾਂ ਵੇਖੋ, ਰਿਬਕਾ ਜੋ ਅਬਰਾਹਮ ਦੇ ਭਰਾ ਨਾਹੋਰ ਦੀ ਧੀ ਮਿਲਕਾ ਦੇ ਪੁੱਤਰ ਬਥੇਲ ਤੋਂ ਜੰਮੀ ਸੀ, ਆਪਣਾ ਖੜਾ ਮੋੜਿਆਂ ਤੇ ਚੁੱਕ ਕੇ ਆ ਨਿਕਲੀ। ਔਰ ਉਹ ਚੋਕਰੀ ਵੇਖਣ ਵਿੱਚ ਵੱਡੀ ਸੋਹਣੀ ਔਰ ਕੁਆਰੀ ਸੀ ਔਰ ਕਿਸੇ ਮਨੁੱਖ ਨੂੰ ਉਹਨੂੰ ਨਹੀਂ ਜਾਣਿਆ ਸੀ। ਅਤੇ ਉਹ ਚਸ਼ਮੇ ਵਿੱਚ ਉਤਰੀ ਔਰ ਆਪਣਾ ਖੜਾ ਭਰ ਕੇ ਉਤਾਹਾਂ ਨੂੰ ਆਈ। ਤਾਂ ਉਹ ਨੌਕਰ ਉਸਦੇ ਮਿਲਣ ਨੂੰ ਨੱਟ ਕੇ ਗਿਆ ਔਰ ਆਖਿਆ, ਆਪਣੇ ਕੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਵੀ। ਤਾਂ ਉਸ ਆਖਿਆ, ਮੇਰੇ ਸਵਾਮੀ ਜੀ ਪਿਓ। ਤਾਂ ਉਸ ਧਾਬੀ ਨਾਲ ਆਪਣਾ ਖੜਾ ਹੱਥਾਂ ਉੱਤੇ ਕਰਕੇ ਕੋੜਾ ਕੀਤਾ ਔਰ ਉਸ ਨੂੰ ਪਿਲਾਇਆ। ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਾਂ ਉਸ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤਿਕਰ ਉਹ ਪੀ ਨਾ ਚੁੱਕਣ। ਤਾਂ ਉਸ ਸਦਾਬੀ ਨਾਲ ਆਪਣਾ ਖੜਾ ਹੋਦ ਵਿੱਚ ਡੋਲ ਦਿੱਤਾ ਔਰ ਫਿਰ ਖੂਹ ਵਿੱਚ ਪਾਣੀ ਭਰਨ ਨੂੰ ਨੱਟ ਕੇ ਗਈ ਔਰ ਉਹਦੇ ਸਾਰੀਆਂ ਊਠਾਂ ਲਈ ਪਾਣੀ ਭਰਿਆ। ਉਹ ਮਨੁੱਖ ਵੱਡੇ ਧਿਆਨ ਨਾਲ
ਚੁੱਪ ਕਰਕੇ ਉਹਨੂੰ ਵੇਖਦਾ ਰਿਹਾ, ਇਸ ਗੱਲ ਦੇ ਜਾਣਨ ਨੂੰ ਭਈ ਯਹੋਵਾ ਨੇ ਉਸ ਦਾ ਸਫ਼ਰ ਸਫਲ ਕੀਤਾ ਹੈ ਕਿ ਨਹੀਂ। ਤਦ ਯੂੰ ਹੋਇਆ, ਜਦ ਉੱਠ ਪੀ ਚੁੱਕੇ ਤਾਂ ਉਸ ਮਨੁੱਖ ਨੇ ਅੱਧੇ ਤੋਲੇ ਸੋਨੇ ਦੀ ਇੱਕ ਨੱਤ ਔਰ 10 ਤੋਲੇ ਸੋਨੇ ਦੇ 2 ਕੜੇ ਉਹਦੇ ਹੱਥਾਂ ਲਈ ਕੱਢੇ ਅਤੇ ਆਖਿਆ, ਮੈਨੂੰ ਦੱਸੀ ਤੂੰ ਕਿਹਦੀ ਪੁੱਤਰੀ ਹੈ ਔਰ ਕੀ ਤੇਰਾ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ। ਉਸ ਉਹਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾ ਨੇ ਨਾਹੋਰ ਤੋਂ ਜਣਿਆ। ਨਾਲੇ ਉਸਨੇ ਉਹਨੂੰ ਆਖਿਆ, ਸਾਡੇ ਕੋਲ ਪੱਟਾ ਦਿੱਥਾ ਬਥੇਰਾ ਹੈ ਔਰ ਰਾਤ ਰਹਿਣ ਦੀ ਥਾਂ ਵੀ ਹੈ। ਤਦ ਉਸ ਮਨੁੱਖ ਨੇ ਸੀਸ ਝੁਕਾਇਆ ਅਤੇ ਯਹੋਵਾ ਨੂੰ ਮੱਥਾ ਟੇਕਿਆ ਔਰ ਉਸ ਆਖਿਆ, ਯਹੋਵਾ ਮੇਰੇ ਸੁਆਮੀ ਅਬਰਾਹਮ ਦਾ ਪਰਮੇਸ਼ਰ ਮੁਬਾਰਕ ਹੋਵੇ, ਜਿਸ ਮੇਰੇ ਸੁਆਮੀ ਅਬਰਾਹਮ ਤੋਂ ਆਪਣੀ ਕਿਰਪਾ ਔਰ ਆਪਣੀ ਸੱਚਾਈ ਨੂੰ ਨਹੀਂ ਮੋੜਿਆ। ਔਰ ਮੈਂ ਰਾਹ ਵਿੱਚ ਹੀ ਸਾਂ ਕਿ ਯਹੋਵਾ ਨੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਦੇ ਰਾਹ ਪਾਇਆ। ਤਾਂ ਉਹ ਚੋਕਰੀ ਆਪਣੇ ਮਾਤਾ ਦੇ ਘਰ ਨੂੰ ਨੱਟ ਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ। ਰਿਬਕਾ ਦਾ ਇੱਕ ਭਰਾ ਸੀ, ਜਿਸ ਦਾ ਨਾਮ ਲਾਬਾਨ ਸੀ, ਅਤੇ ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜ ਕੇ ਗਿਆ। ਤਾਂ ਯੂੰ ਹੋਇਆ, ਜਦ ਉਸਨੇ ਨੱਤ ਔਰ ਆਪਣੇ ਭੈਣ ਦੇ ਹੱਥਾਂ ਵਿੱਚ ਕੜੇ ਡਿੱਠੇ ਔਰ ਜਦ ਆਪਣੀ ਭੈਣ ਰਿਬਕਾ ਤੋਂ ਗੱਲਾਂ ਸੁਣੀਆਂ, ਜਿਹੜੀ ਕਹਿੰਦੀ ਸੀ ਕਿ ਉਹ ਮਨੁੱਖ ਮੈਨੂੰ ਯੂੰ ਬੋਲਿਆ, ਤਾਂ ਉਹ ਉਸ ਮਨੁੱਖ ਕੋਲ ਆਇਆ ਔਰ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜਾ ਸੀ। ਤਾਂ ਉਸ ਆਖਿਆ, ਹੇ ਯਹੋਵਾ ਦੇ ਮੁਬਾਰਕ, ਆਓ ਬਾਹਰ ਕਿਉਂ ਖੜੇ ਹੋ, ਮੈਂ ਘਰ ਤਿਆਰ ਕੀਤਾ ਹੈ ਤੇ ਊਠਾਂ ਲਈ ਵੀ ਤਾਂ ਹੈ। ਤਾਂ ਉਹ ਮਨੁੱਖ ਘਰ ਵੱਲ ਆਇਆ ਔਰ ਊਠਾਂ ਨੂੰ ਖੋਲਿਆ ਔਰ ਲਾਬਾਨ ਨੇ ਉਹਨਾਂ ਨੂੰ ਪੱਠਾ ਦੱਥਾ ਦਿੱਤਾ ਔਰ ਉਸਦੇ ਸਾਥੀਆਂ ਦੇ ਚਰਨ ਧੋਣ ਲਈ ਪਾਣੀ ਦਿੱਤਾ। ਤਾਂ ਉਸਦੇ ਅੱਗੇ ਭੋਜਨ ਰੱਖਿਆ ਗਿਆ। ਪਰ ਉਸ ਆਖਿਆ, ਜਦ ਤੀਕਰ ਆਪਣੀ ਗੱਲ ਨਾ ਦੱਸ ਲਵਾਂ ਮੈਂ ਨਹੀਂ ਖਾਵਾਂਗਾ। ਤਾਂ ਉਸ ਆਖਿਆ, ਗੱਲ ਕਰੋ। ਫਿਰ ਉਸ ਆਖਿਆ, ਮੈਂ ਅਬਰਾਹਮ ਦਾ ਨੌਕਰ ਹਾਂ ਔਰ ਯਹੋਵਾ ਨੇ ਮੇਰੇ ਸੁਆਮੀ ਨੂੰ ਵੱਡੀ ਬਰਕਤ ਦਿੱਤੀ ਹੈ ਔਰ ਉਹਨੂੰ ਵੱਡਾ ਆਦਮੀ ਬਣਾ ਦਿੱਤਾ ਹੈ। ਅਤੇ ਉਸਨੇ ਉਹਨੂੰ पेड़ा और गैया, बल्द और सोना और चांदी और गोले गोलियां और ऊंट और गधे दिते हन। और मेरे स्वामी दी पत्नी सारा ने अपने विरतपुने विच मेरे स्वामी लई एक पुत्र जनिया और उस अपना सब कुछ उसनू दे दिता। मेरे स्वामी ने ਮੈਤੋਂ ਇਹ ਸਹੁੰ ਅਖਵਾਈ ਹੈ ਕਿ ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਾਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵਸਦਾ ਹਾਂ, ਤੀਵੀਂ ਨਾ ਲਿਆਵੀਂ, ਸਗੋਂ ਮੇਰੇ ਪਿਤਾ ਦੇ ਘਰ ਔਰ ਮੇਰੇ ਕਣੂਬੇ ਵਿੱਚ ਜਾਵੀਂ ਔਰ ਮੇਰੇ ਪੁੱਤਰ ਲਈ ਤੀਵੀਂ ਲਿਆਵੀਂ। ਤਾਂ ਮੈਂ ਆਪਣੇ ਸੁਆਮੀ ਨੂੰ ਆਖਿਆ ਕਿ ਸ਼ਾਇਦ ਉਹ ਤੀਵੀਂ ਮੇਰੇ ਪਿੱਛੇ ਨਾ ਆਵੇ। ਉਸ ਮੈਨੂੰ ਆਖਿਆ, ਯਹੋਵਾ ਜਿਹਦੇ ਸਨਮੁਖ ਮੈਂ ਚੱਲਦਾ ਹਾਂ, ਆਪਣਾ ਦੂਤ ਤੇਰੇ ਨਾਲ ਘੱਲੇਗਾ ਔਰ ਉਹ ਤੇਰੇ ਰਾਹ ਨੂੰ ਸਫਲ ਕਰੇਗਾ ਔਰ ਤੂੰ ਮੇਰੇ ਕੁਨਬੇ ਤੋਂ, ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਤੀਵੀਂ ਲਿਆਵੀਂ। ਤਦ ਤੂੰ ਮੇਰੀ ਸਹੁੰ ਤੋਂ ਛੁੱਟੇਗਾ। ਜਦ ਤੂੰ ਮੇਰੇ ਕੁਨਬੇ ਵਿੱਚ ਜਾਵੇਗਾ ਔਰ ਜੇ ਉਹ ਤੈਨੂੰ ਨਾ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਬਰੀ ਹੋਵੇਗਾ। ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਹਾਂ ਔਰ ਮੈਂ ਆਖਿਆ, ਹੇ ਯਹੋਵਾ ਮੇਰੇ ਸੁਆਮੀ ਅਬਰਾਹਮ ਦੇ ਪਰਮੇਸ਼ਰ, ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫਲ ਕਰੇ, ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਹਾਂ। ਤਾਂ ਯੂੰ ਹੋਵੇ ਕਿ ਜਿਹੜੀ ਕੁਆਰੀ ਭਰਨ ਲਈ ਬਾਹਰ ਆਵੇ ਔਰ ਮੈਂ ਉਹਨੂੰ ਆਕਾਂ ਪਈ ਆਪਣੇ ਖੜੇ ਤੋਂ ਪਾਣੀ ਪਿਲਾਈ, ਤਾਂ ਉਹ ਮੈਨੂੰ ਆ ਕੇ ਪੀ ਲਓ। ਤਾਂ ਮੈਂ
ਤੁਹਾਡੇ ਊਠਾਂ ਲਈ ਵੀ ਭਰਾਂਗੀ। ਉਹ ਤੀਵੀ ਹੋਵੇ ਜਿਸ ਨੂੰ ਯਹੋਵਾ ਨੇ ਮੇਰੇ ਸਵਾਮੀ ਦੇ ਪੁੱਤਰ ਲਈ ਠਹਿਰਾਇਆ ਹੈ। ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ, ਰਿਬਕਾ ਆਪਣਾ ਖੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉਤਰੀ ਔਰ ਭਰਿਆ। ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਿਲਾਈ। ਤਦ ਉਸ ਸਤਾਬੀ ਨਾਲ ਆਪਣਾ ਖੜਾ ਲਾ ਕੇ ਆਖਿਆ, ਪਿਓ ਜੀ, ਔਰ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਤਾਂ ਮੈਂ ਪੀਤਾ ਔਰ ਉਸ ਮੇਰੇ ਊਠਾਂ ਨੂੰ ਵੀ ਪਿਲਾਇਆ। ਫਿਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਪੁੱਤਰੀ ਹੈ? ਤਾਂ ਉਸ ਆਖਿਆ, ਮੈਂ ਬਤੂਏਲ ਦੀ ਧੀ ਹਾਂ, ਜਿਸ ਨੂੰ ਮਿਲਖਾ ਨੇ ਨਾਹੋਰ ਲਈ ਜਨਿਆ। ਤਾਂ ਮੈਂ ਉਸ ਦੇ ਨੱਕ ਵਿੱਚ ਨੱਤ ਔਰ ਹੱਥਾਂ ਵਿੱਚ ਕੜੇ ਪਾ ਦਿੱਤੇ ਅਤੇ ਮੈਂ ਆਪਣਾ ਸੀਸ ਝੁਕਾ ਕੇ ਯਹੋਵਾ ਅੱਗੇ ਮੱਥਾ ਟੇਕਿਆ। ਔਰ ਮੈਂ ਯਹੋਵਾ ਆਪਣੇ ਸਵਾਮੀ ਅਬਰਾਹਮ ਦੇ ਪਰਮੇਸ਼ਰ ਨੂੰ ਧੰਨ ਆਖਿਆ, ਜਿਸ ਮੈਨੂੰ ਸੱਚਾਈ ਦੇ ਰਸਤੇ ਪਾਇਆ, ਤਾਂ ਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਪੁੱਤਰੀ ਉਸ ਦੇ ਪੁੱਤਰ ਵਾਸਤੇ ਲਵਾਂ। ਹੁਣ ਜੇਕਰ ਤੁਸੀਂ ਮੇਰੇ ਸਵਾਮੀ ਦੇ ਨਾਲ ਦਇਆ ਔਰ ਸੱਚਾਈ ਦਾ ਸਲੂਕ ਕਰਨਾ ਹੈ ਤਾਂ ਮੈਨੂੰ ਦੱਸੋ, ਔਰ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਸੱਚੇ ਅਥਵਾ ਖੱਬੇ ਪਾਸੇ ਵੱਲ ਮੁੜਾਂ। ਤਦ ਲਾਬਾਨ ਔਰ ਬਤੂਏਲ ਨੇ ਜਵਾਬ ਵਿੱਚ ਆਖਿਆ, ਇਹ ਗੱਲ ਯਹੋਵਾ ਵੱਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਅਥਵਾ ਭਲਾ ਨਹੀਂ ਆਖ ਸਕਦੇ। ਵੇਖੋ, ਰਿਬਕਾ ਤੁਹਾਡੇ ਸਨਮੁਖ ਹੈ, ਉਹਨੂੰ ਲਵੋ ਔਰ ਜਾਓ, ਤਾਂ ਜੋ ਉਹ ਤੁਹਾਡੇ ਸਵਾਮੀ ਦੇ ਪੁੱਤਰ ਦੀ ਤੀਵੀ ਹੋਵੇ, ਜਿਵੇਂ ਯਹੋਵਾ ਦਾ ਵਚਨ ਹੈ। ਤਾਂ ਯੂੰ ਹੋਇਆ ਕਿ ਜਦ ਅਬਰਾਹਮ ਦੇ ਨੌਕਰ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਤਦ ਉਸਨੇ ਯਹੋਵਾ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ। ਫਿਰ उस नौकर ने चांदी और सोने दियां टूमा और बस्तर कढ़ के रेबेका नूं दिते और उसने उसदे भरा और माता नूं भी कीमती चीज़ां दित्तियां। तां उसने और उसदे साथियां ने खादा और पीता और रात कटी। तड़के उठ के उस आख्या, मैनू मेरे स्वामी दे कोल तोर दियो। उपरंत ਉਹਦੇ ਭਰਾ ਔਰ ਉਹਦੀ ਮਾਤਾ ਨੇ ਆਖਿਆ, ਚੋਕਰੀ ਨੂੰ ਥੋੜੇ ਦਿਨ ਅਥਵਾ 10 ਦਿਨ ਸਾਡੇ ਕੋਲ ਰਹਿਣ ਦਿਓ, ਉਸਦੇ ਪਿੱਛੋਂ ਉਹ ਚਲੀ ਜਾਵੇਗੀ। ਪਰ ਉਸ ਉਹਨਾਂ ਨੂੰ ਆਖਿਆ, ਮੈਨੂੰ ਨਾ ਰੱਖੋ, ਕਿਉਂ ਜੋ ਯਹੋਵਾ ਨੇ ਮੇਰਾ ਪੈਂਡਾ ਸਫਲ ਕੀਤਾ ਹੈ। ਮੈਨੂੰ ਕੱਲ ਦਿਓ ਤਾਂ ਜੋ ਮੈਂ ਆਪਣੇ ਸਵਾਮੀ ਦੇ ਕੋਲ ਜਾਵਾਂ। ਉਹਨਾਂ ਆਖਿਆ, ਅਸੀਂ ਚੋਕਰੀ ਨੂੰ ਬੁਲਾਉਂਦੇ ਹਾਂ ਔਰ ਉਹਦੇ ਮੂੰਹੋਂ ਪੁੱਛਦੇ ਹਾਂ। ਤਦ ਉਹਨਾਂ ਨੇ ਰਿਬਕਾ ਨੂੰ ਸੱਦਿਆ ਅਤੇ ਉਹਨੂੰ ਆਖਿਆ, ਕੀ ਤੂੰ ਇਸ ਮਨੁੱਖ ਦੇ ਸੰਗ ਜਾਵੇਂਗੀ? ਤਾਂ ਉਸ ਆਖਿਆ, ਮੈਂ ਜਾਵਾਂਗੀ। ਉਪਰੰਤ ਉਹਨਾਂ ਨੇ ਰਿਬਕਾ ਆਪਣੀ ਭੈਣ ਔਰ ਉਹਦੀ ਦਾਈ ਔਰ ਅਬਰਾਹਮ ਦੇ ਨੌਕਰ ਔਰ ਉਸਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ। ਉਹਨਾਂ ਰਿਬਕਾ ਨੂੰ ਆਸੀਸ ਦਿੱਤੀ ਔਰ ਉਹਨੂੰ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਔਰ ਲੱਖਾਂ ਦੀ ਮਾਤਾ ਹੋ ਅਤੇ ਤੇਰੀ ਹੰਸ ਵੇਰੀਆਂ ਦੇ ਫਾਟਕ ਦੀ ਅਧਿਕਾਰੀ ਹੋਣ। ਤਾਂ ਰਿਬਕਾ ਔਰ ਉਸਦੇ ਨਾਲ ਦੀਆਂ ਚੋਕਰੀਆਂ ਉੱਠੀਆਂ ਔਰ ਉਹਨਾਂ ਉੱਤੇ ਚੜ ਗਈਆਂ ਔਰ ਉਸ ਮਨੁੱਖ ਦੇ ਪਿੱਛੇ ਪਿੱਛੇ ਤੁਰ ਪਈਆਂ। ਸੋ ਉਹ ਨੌਕਰ ਰਿਬਕਾ ਨੂੰ ਲੈ ਕੇ ਤੁਰ ਪਿਆ। ਇਸਹਾਕ ਬਹਿਰਲਈ ਰੋਈ ਦੇ ਰਸਤੇ ਤੋਂ ਆਇਆ, ਕਿਉਂ ਜੋ ਉਹ ਤੱਕਣ ਵਿੱਚ ਟਿਕਿਆ ਹੋਇਆ ਸੀ। ਜਾਂ ਇਸਹਾਕ ਸ਼ਾਮਾਂ ਦੇ ਵੇਲੇ ਖੇਤਾਂ ਵਿੱਚ ਗਿਆਨ ਧਿਆਨ ਕਰਨ ਲਈ ਬਾਹਰ ਗਿਆ ਤਾਂ ਉਸ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਔਰ ਵੇਖੋ, ਊਠ ਆ ਰਹੇ ਸਨ। ਜਾਂ ਰਿਬਕਾ ਨੇ ਅੱਖਾਂ ਚੁੱਕ ਕੇ ਇਸਹਾਕ ਨੂੰ ਡਿੱਠਾ ਤਾਂ ਊਠ ਤੋਂ ਉਤਰ ਗਈ। ਉਹਨੇ ਨੌਕਰ ਕੋਲੋਂ ਪੁੱਛਿਆ, ਉਹ ਮਨੁੱਖ ਜਿਹੜਾ
ਖੇਤ ਦੇ ਵਿੱਚ ਦੀ ਸਾਨੂੰ ਮਿਲਣ ਲਈ ਆਉਂਦਾ ਹੈ, ਕੌਣ ਹੈ? ਅਤੇ ਨੌਕਰ ਨੇ ਆਖਿਆ, ਉਹ ਮੇਰਾ ਸਵਾਮੀ ਹੈ। ਤਾਂ ਉਹਨੇ ਬਰਖਾ ਲੈ ਕੇ ਆਪਣੇ ਆਪ ਨੂੰ ਢੱਕ ਲਿਆ। ਫਿਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਕੀਤੀਆਂ ਸਨ ਇਸਹਾਕ ਨੂੰ ਦੱਸੀਆਂ। ਉਪਰੰਤ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾ ਦੇ ਤੰਬ ਵਿੱਚ ਲੈ ਗਿਆ ਅਤੇ ਉਸਨੇ ਰਿਬਕਾ ਨੂੰ ਲਿਆ ਔਰ ਉਹ ਉਸਦੀ ਪਤਨੀ ਹੋਈ ਔਰ ਉਸਨੇ ਉਹਨੂੰ ਪਿਆਰ ਕੀਤਾ। ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਦੀ ਪਿੱਛੋਂ ਸ਼ਾਂਤ ਪ੍ਰਾਪਤ ਹੋਈ। ਨਿਆਂਇਆਂ ਦੀ ਪੋਥੀ ਅਧਿਆਇ 19 ਦਿਨੀ ਇਸਰਾਏਲੀਆਂ ਦਾ ਬਾਦਸ਼ਾਹ ਕੋਈ ਨਹੀਂ ਸੀ ਅਤੇ ਅਜਿਹਾ ਹੋਇਆ ਜੋ ਇੱਕ ਲੇਵੀ ਮਨੁੱਖ ਨੇ ਜਿਹੜਾ ਇਫਰਾਈਮ ਦੇ ਪਹਾੜ ਦੇ ਪਰੇ ਰਹਿੰਦਾ ਸੀ, ਬੈਤਲਹੇਮ ਯਹੂਦਾ ਤੋਂ ਆਪਣੇ ਲਈ ਇੱਕ ਸੁਰੀਤ ਨੂੰ ਲੈ ਲਿਆ। ਉਹਦੀ ਸੁਰੀਤ ਉਹਦੇ ਨਾਲ ਕੁਕਰਮ ਕਰਕੇ ਉਹਦੇ ਕੋਲੋਂ ਬੈਤਲਹੇਮ ਯਹੂਦਾ ਵਿੱਚ ਆਪਣੇ ਪਿਓ ਕੇ ਜਾ ਕੇ 4 ਮਹੀਨੇ ਉੱਥੇ ਰਹੀ ਅਤੇ ਉਹਦਾ ਪਰਤਾ ਉੱਠਿਆ ਅਤੇ ਉਹਦੇ ਮਗਰ ਗਿਆ ਜੋ ਉਹਨੂੰ ਮਿੱਠੀਆਂ ਗੱਲਾਂ ਕਰਕੇ ਮੋੜ ਲਿਆਵੇ। ਅਤੇ ਉਹਦੇ ਨਾਲ ਇੱਕ ਟਹਿਲੂਆ ਔਰ 2 ਖੋਤੇ ਸਨ। ਸੋ ਉਹ ਉਸ ਨੂੰ ਆਪਣੇ ਪਿਓ ਕੇ ਘਰ ਲੈ ਗਈ ਅਤੇ ਜਦੋਂ ਚੋਕਰੀ ਦੇ ਪਿਓ ਨੇ ਉਹਨੂੰ ਡਿੱਠਾ ਤਾਂ ਉਹਦੇ ਮਿਲਣ ਨਾਲ ਆਨੰਦ ਹੋ ਗਿਆ। ਸੋ ਉਹਦੇ ਸਹੁਰੇ ਅਰਥਾਤ ਚੋਕਰੀ ਦੇ ਪਿਓ ਨੇ ਉਹਨੂੰ ਅਟਕਾ ਛੱਡਿਆ ਅਤੇ ਉਹ 3 ਦਿਨ ਉਸਦੇ ਨਾਲ ਰਿਹਾ ਅਤੇ ਉਹਨਾਂ ਨੇ ਖਾਧਾ ਪੀਤਾ ਔਰ ਉਹ ਉੱਥੇ ਟਿਕੇ ਰਹੇ। ਚੌਥੇ ਦਿਨ ਜਦ ਪਰਬਾਤੇ ਉੱਠੇ ਤਾਂ ਅਜਿਹਾ ਹੋਇਆ ਜੋ ਉਹ ਵਿਦਿਆ ਹੋਣ ਲਈ ਉੱਠ ਖਲੋਤਾ ਤਾਂ ਚੋਕਰੀ ਦੇ ਪਿਓ ਨੇ ਆਪਣੇ ਜਵਾਈ ਨੂੰ ਆਖਿਆ, ਗਿਰਾਹਿਕ ਰੋਟੀ ਖਾ ਕੇ ਆਨੰਦ ਹੋ ਲੈ, ਫਿਰ ਆਪਣੇ ਰਾਹ ਪੈ ਜਾ। ਸੋ ਉਹ ਦੋਵੇਂ ਬੈਠ ਗਏ ਅਤੇ ਉਹਨਾਂ ਰਲ ਕੇ ਖਾਧਾ ਪੀਤਾ ਅਤੇ ਚੋਕਰੀ ਦੇ ਪਿਓ ਨੇ ਉਸ ਮਨੁੱਖ ਨੂੰ ਆਖਿਆ ਸੀ, ਭਈ ਰਾਜੀ ਰਹੋ ਅਤੇ ਸਾਰੀ ਰਾਤ ਟਿਕੋ ਔਰ ਆਪਣੇ ਮਨ ਨੂੰ ਆਨੰਦ ਕਰੋ। ਫਿਰ ਉਹ ਮਨੁੱਖ ਵਿਦਿਆ ਹੋਣ ਨੂੰ ਉੱਠ ਖੜੋਤਾ ਅਤੇ ਉਹਦਾ ਸਹੁਰਾ ਉਸ ਨਾਲ ਹੱਟ ਬਣ ਬੈਠਾ। ਤਾਂ ਫਿਰ ਉਹਨੇ ਰਾਤ ਉੱਤੇ ਹੀ ਕੱਟੀ ਅਤੇ 5ਵੇਂ ਦਿਨ ਤੜਕੇ ਹੀ ਉੱਠਿਆ ਜੋ ਵਿਦਿਆ ਹੋਵਾ। ਤਾਂ ਚੋਕਰੀ ਦੇ ਪਿਓ ਨੇ ਉਹਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਆਨੰਦ ਕਰ ਅਤੇ ਦਿਨ ਢਲਦੇ ਤੋੜੀ ਠਹਿਰੀ ਜਾਵੀ। ਜਦ ਉਹ ਮਨੁੱਖ ਅਤੇ ਉਹਦੀ ਸੁਰੀਤ ਔਰ ਉਹਦਾ ਟਹਿਲੂਆ ਸਾਰੇ ਉੱਠੇ ਜੋ ਵਿਦਿਆ ਹੋਈ ਤਾਂ ਚੋਕਰੀ ਦੇ ਪਿਓ ਉਹਦੇ ਸਹੁਰੇ ਨੇ ਉਹਨੂੰ ਆਖਿਆ, ਵੇਖ ਤਿਕਾਲਾਂ ਹੁੰਦੀਆਂ ਜਾਂਦੀਆਂ ਹਨ ਅਤੇ ਮੈਂ ਤੁਹਾਡੇ ਤਰਲੇ ਕਰਨਾ ਜੋ ਰਾਤ ਤੁਸੀਂ ਇੱਥੇ ਰਹੋ। ਵੇਖੋ ਦਿਨ ਲੈਂਦਾ ਜਾਂਦਾ ਹੈ, ਰਹਿ ਪਵੋ ਭਈ ਤੇਰਾ ਮਨ ਆਨੰਦ ਹੋਵੇ ਅਤੇ ਮਨੇਰੇ ਹੀ ਉੱਠ ਕੇ ਆਪਣੇ ਰਾਹ ਤੁਰ ਪਾਓ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇ। ਪਰ ਉਸ ਰਾਤ ਰਹਿਣ ਵਿੱਚ ਉਹ ਮਨੁੱਖ ਰਾਜੀ ਨਾ ਹੋਇਆ। ਸੋ ਵਿਦਾ ਹੋ ਕੇ ਉੱਠ ਤੁਰਿਆ ਅਤੇ ਯਬੂਸ ਦੇ ਲਾਗੇ ਅੱਪੜ ਪਿਆ ਜਿਹਨੂੰ ਯਰੂਸ਼ਲਮ ਆਖਦੇ ਹਨ ਅਤੇ ਉਹਦੇ ਨਾਲ ਦੋਵੇਂ ਕੋਥੇ ਕਾਠੀ ਪਈ ਅਤੇ ਸੁਰੀਤ ਵੀ ਉਹਦੇ ਨਾਲ ਸੀ। ਜਦ ਉਹ ਯਬੂਸ ਦੇ ਨੇੜੇ ਅੱਪੜੇ ਤਾਂ ਦਿਨ ਬਹੁਤ ਹੀ ਲਹਿ ਗਿਆ ਸੀ। ਤਾਂ ਟਹਿਲੂਏ ਨੇ ਆਪਣੇ ਸਵਾਮੀ ਨੂੰ ਆਖਿਆ, ਆਓ ਜੀ ਤੁਸੀਂ ਯਬੂਸੀਆਂ ਦੇ ਜਿਸ ਸ਼ਹਿਰ ਵਿੱਚ ਵੜ ਕੇ ਇੱਥੇ ਰਹੀ। ਪਰ ਉਸਦੇ ਸਵਾਮੀ ਨੇ ਉਸ ਨੂੰ ਆਖਿਆ, ਪਰਾਈ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਅਸੀਂ ਨਹੀਂ ਵੜਦੇ, ਪਰ ਅਸੀਂ ਗਿਬਾ ਵੱਲ ਲੰਘ ਜਾਵਾਂਗੇ। ਅਤੇ ਆਪਣੇ ਟਹਿਲੂਏ ਨੇ ਆਖਿਆ, ਤੁਰ ਇਨ੍ਹਾਂ ਥਾਵਾਂ ਵਿੱਚ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਾ ਨੂੰ ਜਾਂ ਰਾਮਾ ਨੂੰ ਜੋ ਉੱਤੇ ਰਾਤ ਰਹੀ ਹੈ। ਸੋ ਉਹ ਉੱਤੋਂ ਲੰਘ ਕੇ ਪੈਂਡਾ ਕਰਦੇ ਰਹੇ ਅਤੇ ਜਦ ਬੈਨਯਮੀਨ ਦੇ ਗਿਬਾ ਦੇ ਨੇੜੇ ਆਏ ਤਾਂ ਸੂਰਜ ਲਹਿ ਗਿਆ। ਸੋ ਉਹ ਉੱਤੇ ਪਹੁੰਚ ਪਏ
ਜੋ ਗਿਬਾ ਵਿੱਚ ਵੜ ਕੇ ਉੱਤੇ ਰਹੀਏ ਅਤੇ ਜਾਂ ਉਹ ਵੜ ਗਿਆ ਤਾਂ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ, ਕਿਉਂ ਜੋ ਉੱਤੇ ਅਜਿਹਾ ਕੋਈ ਨਹੀਂ ਸੀ ਜੋ ਉਹਨਾਂ ਨੂੰ ਰਾਤ ਟਿਕਾਉਣ ਲਈ ਆਪਣੇ ਘਰ ਲੈ ਜਾਂਦਾ। ਤਾਂ ਵੇਖੋ, ਸੰਧਿਆ ਵੇਲੇ ਇੱਕ ਬੁੱਢਾ ਪਹਿਲੇ ਵਿੱਚੋਂ ਕੰਮ ਧੰਦਾ ਮੁਕਾ ਕੇ ਉੱਤੇ ਆ ਨਿਕਲਿਆ। ਇਹ ਵੀ ਇਫਰਾਈਮ ਦੇ ਪਹਾੜ ਦਾ ਸੀ ਜੋ ਗਿਬਾ ਵਿੱਚ ਆ ਵਸਿਆ ਸੀ, ਪਰ ਉੱਤੋਂ ਦੇ ਵਾਸੀ ਬੈਨਯਮੀਨੀ ਸਨ। ਉਹਨੇ ਅੱਖਾਂ ਚੁੱਕ ਕੇ ਡਿੱਠਾ, ਭਈ ਇੱਕ ਰਾਹੀ ਸ਼ਹਿਰ ਦੇ ਚੌਂਕ ਵਿੱਚ ਹੈ। ਸੋ ਉਸ ਬੁੱਢੇ ਨੇ ਆਖਿਆ, ਤੂੰ ਆਇਆ ਕਿੱਥੇ ਹੈ ਅਤੇ ਜਾਣਾ ਕਿੱਥੇ ਹੈ? ਉਹਨੇ ਉਸ ਨੂੰ ਆਖਿਆ, ਅਸੀਂ ਬੈਤਲਹਮ ਯਹੂਦਾ ਤੋਂ ਆਏ ਅਤੇ ਇਫਰਾਈਮ ਦੇ ਪਹਾੜ ਦੇ ਪਰਲੇ ਪਾਸੇ ਜਾਣਾ ਹੈ। ਮੈਂ ਉੱਤੋਂ ਦਾ ਹਾਂ। ਮੈਂ ਬੈਤਲਹਮ ਯਹੂਦਾ ਨੂੰ ਗਿਆ ਸਾਂ ਅਤੇ ਹੁਣ ਯਹੋਵਾ ਦੇ ਘਰ ਵੱਲ ਜਾਂਦਾ ਹਾਂ। ਕਿਤੇ ਅਜਿਹਾ ਮਨੁੱਖ ਕੋਈ ਨਹੀਂ ਜੋ ਸਾਨੂੰ ਆਪਣੇ ਘਰ ਉਤਾਰੇ। ਭਾਵੇਂ ਸਾਡੀਆਂ ਕੋਤੀਆਂ ਦਾ ਤਾਂ ਦਾਣਾ ਪੱਟਾ ਸਾਡੇ ਕੋਲ ਹੈ ਅਤੇ ਮੇਰੇ ਔਰ ਤੇਰੀ ਟਹਿਲਣ ਦੇ ਅਤੇ ਇਸ ਜਵਾਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖਰਸ ਵੀ ਹੈ, ਕਿਸੇ ਵਸਤੂ ਦਾ ਘਾਟਾ ਨਹੀਂ ਹੈ। ਉਸ ਬੁੱਢੇ ਨੇ ਆਖਿਆ, ਤੈਨੂੰ ਸੁੱਖ ਸੰਦ ਹੋਵੇ, ਤੇਰੀ ਸਾਰੀ ਲੋੜ ਸਾਡੇ ਸਿਰ ਤੋਂ ਹੋਵੇ, ਪਰ ਤੂੰ ਚੌਂਕ ਵਿੱਚ ਕਦਾ ਚਿੱਤਾ ਨਾ ਰਹੂ। ਸੋ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਦੇ ਕੋਤੀਆਂ ਨੂੰ ਪੱਟੇ ਪਾਏ ਅਤੇ ਉਹਨਾਂ ਨੇ ਆਪਣੇ ਪੈਰ ਧੋਤੇ ਅਤੇ ਖਾਤਾ ਪੀਤਾ। ਜਿਸ ਵੇਲੇ ਉਹ ਆਪਣੇ ਮਨ ਆਨੰਦ ਕਰ ਰਹੇ ਸਨ, ਤਾਂ ਵੇਖੋ, ਉਸ ਸ਼ਹਿਰ ਵਿੱਚ ਲੋਕਾਂ ਵਿੱਚੋਂ ਜੋ ਬਲਿਆਲ ਵਸੀ ਸਨ, ਕਈ ਉਸ ਘਰ ਦੇ ਦੁਆਲੇ ਆਣ ਪਏ ਅਤੇ ਬੂਹਾ ਖੜਕਾ ਕੇ ਉਸ ਘਰ ਵਾਲੇ ਅਰਥਾਤ ਬੁੱਢੇ ਨੂੰ ਆਖਣ ਲੱਗੇ ਕਿ ਜਿਹੜਾ ਤੇਰੇ ਘਰ ਆਇਆ ਹੈ, ਉਸ ਮਨੁੱਖ ਨੂੰ ਕੱਢ ਲਿਆ ਜੋ ਅਸੀਂ ਉਹਨੂੰ ਜਾਣੀਏ। ਉਸ ਮਨੁੱਖ ਨੇ ਅਰਥਾਤ ਘਰ ਵਾਲੇ ਨੇ ਬਾਹਰ ਨਿਕਲ ਕੇ ਉਹਨਾਂ ਨੂੰ ਆਖਿਆ, ਨਹੀਂ ਮੇਰੇ ਭਰਾਵੋ, ਅਜਿਹੀ ਬਦੀ ਨਾ ਕਰਨਾ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਇਹ ਮੂਰਖਤਾਈ ਨਾ ਕਰੋ। ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਉਸ ਦੀ ਸੁਰੀਤ ਹਨ। ਮੈਂ ਉਹਨੂੰ ਕੱਢ ਲਿਆਉਣ, ਤੁਸੀਂ ਉਹਨਾਂ ਦੀ ਬੇਨਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਦਿਸੇ ਉਹ ਉਹਨਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਮੂਰਖਤਾਈ ਨਾ ਕਰੋ। ਪਰ ਉਹ ਲੋਕ ਉਹਦੀ ਗੱਲ ਨਹੀਂ ਮੰਨਦੇ ਸਨ। ਸੋ ਉਹ ਮਨੁੱਖ ਆਪਣੀ ਸੁਰੀਤ ਨੂੰ ਫੜ ਕੇ ਉਹਨਾਂ ਕੋਲ ਬਾਹਰ ਕੱਢ ਲਿਆਇਆ ਅਤੇ ਉਹਨਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਵੇਰ ਤੋੜੀ ਉਸ ਨੂੰ ਛੇੜਦੇ ਰਹੇ ਅਤੇ ਜਦ ਪਾਹੂ ਫੁੱਟੀ ਤਾਂ ਉਸ ਨੂੰ ਛੱਡ ਗਏ ਅਤੇ ਉਹ ਤੀਵੀਂ ਮਨੇਰੇ ਹੀ ਆਣ ਕੇ ਜਿੱਥੇ ਉਸ ਦਾ ਪਰਤਾ ਸੀ, ਉਸ ਮਨੁੱਖ ਦੇ ਘਰ ਦੇ ਬੂਹੇ ਉੱਤੇ ਡਿੱਗ ਪਈ, ਜਦ ਤੀਕਰ ਦਿਨ ਨਾ ਚੜਿਆ। ਉਸ ਦੇ ਪਰਤਾ ਨੇ ਸਵੇਰ ਉੱਠ ਕੇ ਘਰ ਦੇ ਬੂਹੇ ਕੋਲੇ ਅਤੇ ਤੁਰਨ ਨੂੰ ਬਾਹਰ ਨਿਕਲਿਆ ਤਾਂ ਵੇਖੋ, ਉਹ ਤੀਵੀਂ ਜਿਹੜੀ ਉਹਦੀ ਸੁਰੀਤ ਸੀ, ਘਰ ਦੇ ਬੂਹੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਸਰਦਲ ਨਾਲ ਲੱਗੇ ਹੋਏ ਸਨ। ਉਹਨੇ ਆਖਿਆ, ਉੱਠ ਤੁਰੀਏ, ਪਰ ਉੱਤਰ ਕੁਛ ਨਾ ਮਿਲਿਆ। ਤਦ ਉਹਨੇ ਆਪਣੇ ਕੋਤੇ ਉੱਤੇ ਉਸ ਨੂੰ ਧਰ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਤੁਰ ਪਿਆ ਅਤੇ ਘਰ ਅੱਪੜ ਕੇ ਉਹਨੇ ਚੂਰੀ ਲਈ ਅਤੇ ਆਪਣੀ ਸੁਰੀਤ ਨੂੰ ਅੰਗਾਂ ਤੋਂ ਅੰਗ 12 ਟੋਟੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਬੰਨੀਆਂ ਵਿੱਚ ਭੇਜੇ। ਤਾਂ ਅਜਿਹਾ ਹੋਇਆ ਕਿ ਜਿਸ ਕਿਸੇ ਨੇ ਇਹ ਡਿੱਠਾ ਉਹ ਬੋਲਿਆ, ਜਦੋਂ ਤੋਂ ਇਸਰਾਏਲੀ ਮਿਸਰੋਂ ਨਿਕਲ ਆਏ, ਅੱਜ ਦੇ ਦਿਨ ਤੀਕਰ ਅਜਿਹਾ ਕੰਮ ਨਹੀਂ ਹੋਇਆ, ਨਾ ਕਿਸੇ ਨੇ ਡਿੱਠਾ। ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ। ਨਿਆਂਇਆਂ ਦੀ ਪੋਥੀ ਅਧਿਆਇ 20। ਤਦ ਸਾਰੇ ਇਸਰਾਏਲੀ ਨਿਕਲ ਕੇ ਦਾਨ ਤੋਂ ਲੈ ਕੇ ਬੇਰਸਬਾ ਤੋੜੀ ਗਿਲਿਆਦ ਦੇ ਦੇਸ਼ ਸਣੇ ਸਾਰੀ ਮੰਡਲੀ ਇੱਕ ਮਨੁੱਖ ਵਾਂਗੂ ਯਹੋਵਾ ਦੇ ਸਨਮੁਖ ਮਿਸਪਾ ਵਿੱਚ ਇਕੱਠੀ ਹੋਈ
ਅਤੇ ਸਭਨਾਂ ਲੋਕਾਂ ਦੇ ਅਰਥਾਤ ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਰਦਾਰਾਂ ਦੇ ਜੋ ਪਰਮੇਸ਼ਰ ਦੇ ਲੋਕਾਂ ਦੀ ਸਭਾ ਵਿੱਚ ਆਏ 4 ਲੱਖ ਤਲਵਾਰ ਧਾਰੀ ਪਿਆਦੇ ਸਨ। ਅਤੇ ਬੈਨਯਮੀਨੀਆਂ ਨੇ ਸੁਨਿਆ ਜੋ ਇਸਰਾਏਲੀ ਮਿਸਪਾ ਵਿੱਚ ਇਕੱਠੇ ਹੋਏ ਸਨ। ਅਤੇ ਇਸਰਾਏਲੀਆਂ ਨੇ ਆਖਿਆ, ਦੱਸੋ ਜੋ ਇਹ ਬਦੀ ਕਿੱਕਰ ਹੋਈ। ਤਾਂ ਉਸ ਲੇਵੀ ਨੇ ਜੋ ਇਸ ਵੱਡੀ ਹੋਈ ਤੀਵੀ ਦਾ ਪਰਤਾ ਸੀ ਉੱਤਰ ਦੇ ਕੇ ਆਖਿਆ, ਮੈਂ ਆਪਣੀ ਗੋਲੀ ਸਣੇ ਬੈਨਯਮੀਨ ਦੇ ਗਿਬਿਆ ਵਿੱਚ ਰਾਤ ਟਿਕਣ ਲਈ ਆਈਆਂ ਸਾਂ। ਅਤੇ ਗਿਬਿਆ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਕਰਦੇ ਉਦਾਲੇ ਮੇਰੀ ਚਾਹੀ ਵਿੱਚ ਬੈਠੇ ਅਤੇ ਮੈਨੂੰ ਮਾਰਿਆ ਚਾਹੁੰਦੇ ਸਨ। ਅਤੇ ਮੇਰੀ ਸੁਰੀਤ ਨਾਲ ਅਜਿਹਾ ਅਨੇਰ ਮਾਰਿਆ ਜੋ ਉਹ ਮਰ ਗਈ। ਸੋ ਮੈਂ ਆਪਣੀ ਸੁਰੀਤ ਨੂੰ ਲੈ ਕੇ ਟੋਟੇ ਕਰਕੇ ਉਹਨੂੰ ਇਸਰਾਏਲ ਦੇ ਪੱਤੀ ਦੇ ਸਾਰੇ ਦੇਸ਼ ਵਿੱਚ ਕੱਲਿਆ, ਕਿਉਂ ਜੋ ਇਸਰਾਏਲ ਦੇ ਵਿਚਕਾਰ ਉਹਨਾਂ ਨੇ ਲੁੱਚਪੁਣਾ ਅਤੇ ਮੂਰਖਤਾਈ ਕੀਤੀ। ਵੇਖੋ ਸਭ ਇਸਰਾਏਲੀਆਂ, ਇੱਥੇ ਤੁਸੀਂ ਸਲਾਹ ਦੇ ਮਤ ਦੱਸੋ। ਤਦ ਸਾਰੇ ਲੋਕ ਇੱਕ ਮਨੁੱਖ ਵਾਕਰ ਉੱਠੇ ਅਤੇ ਬੋਲੇ, ਜੋ ਸਾਡੇ ਵਿੱਚ ਆਪਣਾ ਤੰਬੂ ਵੱਲ ਕੋਈ ਨਾ ਜਾਵੇਗਾ ਅਤੇ ਸਾਡੇ ਵਿੱਚੋਂ ਆਪਣੇ ਘਰ ਵੱਲੋਂ ਕੋਈ ਨਾ ਮੁੜੇਗਾ, ਪਰ ਹੁਣ ਅਸੀਂ ਗਿਬਿਆ ਨਾਲ ਗੱਲ ਕਰਾਂਗੇ, ਜੋ ਅਸੀਂ ਗੁਨੇ ਪਾ ਦੇ ਉਹਦੇ ਉੱਤੇ ਚੜਾਈ ਕਰਾਂਗੇ। ਅਤੇ ਅਸੀਂ ਇਸਰਾਏਲ ਦੀਆਂ ਸਭਨਾਂ ਗੋਤਾਂ ਵਿੱਚੋਂ 100 ਵਿੱਚੋਂ 10 ਔਰ 1000 ਵਿੱਚੋਂ 100 ਅਤੇ 10,000 ਵਿੱਚੋਂ 1,000 ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵੱਖਰੇ ਕਰਾਂਗੇ। ਤਾਂ ਜਿਸ ਵੇਲੇ ਲੋਕ ਬੈਨਯਮੀਨ ਦੇ ਗਿਬਿਆ ਵਿੱਚ ਆਉਣ ਤਾਂ ਉਹਨਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਹਨਾਂ ਇਸਰਾਏਲ ਵਿੱਚ ਕੀਤੀ ਹੈ। ਸੋ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗੂ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਉੱਠ ਕੇ ਇਕੱਠੇ ਹੋਏ। ਇਸਰਾਏਲ ਦੀਆਂ ਗੋਤਾਂ ਨੇ ਬੈਨਯਮੀਨ ਦੇ ਸਾਰੇ ਗੋਤ ਵਿੱਚ ਮਨੁੱਖ ਕੱਲ ਕੇ ਯੂੰ ਆਖਿਆ, ਭਾਈ ਇਹ ਕੀ ਬਦੀ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ। ਹੁਣ ਉਹਨਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵਸੀਆਂ ਨੂੰ ਜੋ ਗਿਬਿਆ ਵਿੱਚ ਹਨ ਸਾਡੇ ਹੱਥ ਸੌਂਪ ਦਿਓ, ਜੋ ਅਸੀਂ ਉਹਨਾਂ ਨੂੰ ਵੱਢ ਸੁੱਟੀਏ ਅਤੇ ਇਸਰਾਏਲ ਵਿੱਚੋਂ ਕਲੰਗਨ ਹਟਾ ਦੇਈਏ। ਪਰ ਬੈਨਯਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦਾ ਆਖਿਆ ਨਾ ਮੰਨਿਆ, ਸਗੋਂ ਬੈਨਯਮੀਨੀ ਸ਼ਹਿਰਾਂ ਵਿੱਚ ਗਿਬਿਆ ਵਿੱਚ ਆ ਇਕੱਠੇ ਹੋਏ ਜੋ ਇਸਰਾਏਲੀਆਂ ਨਾਲ ਲੜਨ ਲਈ ਨਿਕਲਣ। ਅਤੇ ਬੈਨਯਮੀਨੀ ਜੋ ਉਸ ਵੇਲੇ ਸ਼ਹਿਰਾਂ ਵਿੱਚ ਇਕੱਠੇ ਹੋਏ ਗਿਣੇ ਗਏ, ਸੋ ਗਿਬਿਆ ਦੇ ਵਾਸੀ 700 ਚੁਣੇ ਹੋਏ ਜਵਾਨਾਂ ਤੋਂ ਬਿਨਾਂ 26,000 ਤਲਵਾਰਧਾਰੀ ਸੂਰਮੇ ਸਨ। ਇਹਨਾਂ ਸਭਨਾਂ ਲੋਕਾਂ ਵਿੱਚੋਂ 700 ਚੁਣੇ ਹੋਏ ਜਵਾਨ ਕੱਬੇ ਸਨ, ਸੱਬੇ ਪੱਥਰ ਦੇ ਨਾਲ ਵਾਲ ਬਿੰਨੀ ਕੌੜੀ ਦਾ ਨਿਸ਼ਾਨਾ ਢੂੰਡਦੇ ਸਨ ਅਤੇ ਉਕਦੇ ਨਹੀਂ ਸਨ। ਅਤੇ ਇਸਰਾਏਲ ਦੇ ਲੋਕ ਬੈਨਯਮੀਨੋਂ ਬਾਜ 4 ਲੱਖ ਤਲਵਾਰਧਾਰੀ ਸਨ ਅਤੇ ਇਹ ਸਭ ਜੋਤੇ ਸਨ। ਇਸਰਾਏਲੀ ਉੱਠ ਕੇ ਬੇਤੇਲ ਨੂੰ ਛੱਡ ਗਏ ਅਤੇ ਪਰਮੇਸ਼ਰ ਤੋਂ ਸਲਾਹ ਪੁੱਛੀ ਪਈ, ਸਾਡੇ ਬੈਨਯਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲੇ ਕੌਣ ਚੜੇ। ਯਹੋਵਾ ਨੇ ਆਖਿਆ, ਪਹਿਲਾ ਯਹੂਦਾ। ਸੋ ਇਸਰਾਏਲੀਆਂ ਨੇ ਸਵੇਰ ਉੱਠ ਕੇ ਗਿਬਿਆ ਦੇ ਸਾਹਮਣੇ ਤੰਬੂ ਲਾਏ ਅਤੇ ਇਸਰਾਏਲ ਦੇ ਮਨੁੱਖ ਬੈਨਯਮੀਨ ਨਾਲ ਲੜਨ ਨੂੰ ਨਿਕਲੇ। ਅਤੇ ਇਸਰਾਏਲ ਦੇ ਮਨੁੱਖ ਗਿਬਿਆ ਵਿੱਚ ਉਹਨਾਂ ਦੇ ਸਾਹਮਣੇ ਪਾਲ ਬਣ ਕੇ ਲੜਾਈ ਦੇ ਲਈ ਆ ਖਲੋਤੇ। ਤਦ ਬੈਨਯਮੀਨੀਆਂ ਨੇ ਗਿਬਾ ਤੋਂ ਨਿਕਲ ਕੇ ਉਸ ਦਿਨ 22,000 ਇਸਰਾਏਲੀਆਂ ਨੂੰ ਵੱਢ ਕੇ ਵਿੱਚ ਰਲਾ ਦਿੱਤਾ। ਅਤੇ ਲੋਕਾਂ ਨੇ ਅਰਥਾਤ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰਕੇ ਅਗਲੇ ਪਲ ਉਸੇ ਥਾਂ ਵਿੱਚ
ਜਿੱਤੇ ਪਹਿਲਾ ਦਿਨ ਪਾਲ ਬੰਨੀ ਸੀ, ਫਿਰ ਬਾਲ ਬੰਨੀ। ਪਰ ਇਸਰਾਏਲੀ ਉੱਤੇ ਗਏ ਅਤੇ ਤਿਖਾਲਾਂ ਤੋੜੀ ਯਹੋਵਾ ਦੇ ਅੱਗੇ ਰੋਏ ਅਤੇ ਯਹੋਵਾ ਤੋਂ ਸਲਾਹ ਪੁੱਛੀ ਪਏ, ਅਸੀਂ ਆਪਣੇ ਭਰਾ ਬੈਨਯਾਮੀਨ ਦੇ ਪਰਿਵਾਰ ਨਾਲ ਲੜਨ ਨੂੰ ਫਿਰ ਚੜੀਏ ਕਿ ਨਾ। ਯਹੋਵਾ ਨੇ ਆਖਿਆ, ਉਹਦੇ ਉੱਤੇ ਚੜਾਈ ਕਰੋ। ਸੋ ਇਸਰਾਏਲੀ ਅਗਲੇ ਪਲਕ ਬੈਨਯਾਮੀਨੀਆਂ ਨਾਲ ਲੜਨ ਲਈ ਨੇੜੇ ਆਏ ਅਤੇ ਉਸ ਅਗਲੇ ਪਲਕ ਬੈਨਯਾਮੀਨ ਨੇ ਗਿਬਾ ਤੋਂ ਨਿਕਲ ਕੇ ਇਸਰਾਏਲੀਆਂ ਦੇ 18,000 ਮਨਕ ਵੱਢ ਕੇ ਧੂੜ ਕਰ ਦਿੱਤੇ। ਇਹ ਸਭੇ ਤਲਵਾਰਧਾਰੀ ਮਨੁੱਖ ਸਨ। ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠੇ ਅਤੇ ਬੇਤੇਲ ਵਿੱਚ ਆਣ ਕੇ ਰੋਏ ਔਰ ਉੱਤੇ ਯਹੋਵਾ ਦੇ ਸਨਮੁਖ ਬੈਠੇ। ਔਰ ਉਸ ਦਿਨ ਸਭਨਾਂ ਨੇ ਸੰਧਿਆ ਤੋੜੀ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁਖ ਸੰਤ ਦੀਆਂ ਭੇਟਾਂ ਯਹੋਵਾ ਅੱਗੇ ਚੜਾਈਆਂ। ਅਤੇ ਇਸਰਾਏਲੀਆਂ ਨੇ ਯਹੋਵਾ ਕੋਲੋਂ ਪੁੱਛਿਆ, ਕਿਉਂ ਜੋ ਪਰਮੇਸ਼ਰ ਦੇ ਨੇਮ ਦਾ ਸੰਦੂਕ 19 ਦਿਨੀ ਉੱਤੇ ਹੀ ਸੀ ਅਤੇ ਹਾਰੂਨ ਦਾ ਪੁੱਤਰ ਅਲਿਆਜ਼ਰ ਦਾ ਪੁੱਤਰ ਫਿਨਹਾਸ ਉਹਨਾਂ ਦਿਨਾਂ ਵਿੱਚ ਉਹਦੇ ਅੱਗੇ ਖਲੋਤਾ ਹੁੰਦਾ ਸੀ। ਤਦ ਉਸ ਨੇ ਇੱਕ ਪ੍ਰਸ਼ਨ ਪੁੱਛਿਆ, ਮੈਂ ਆਪਣੇ ਭਰਾ ਬੈਨਯਾਮੀਨ ਦੇ ਨਾਲ ਫਿਰ ਲੜਾਈ ਕਰਨ ਨੂੰ ਜਾਵਾਂ ਜਾਂ ਹਟ ਜਾਵਾਂ? ਅਤੇ ਯਹੋਵਾ ਨੇ ਆਖਿਆ, ਜਾ, ਕਿਉਂ ਜੋ ਪਲ ਕੇ ਮੈਂ ਉਹਨਾਂ ਨੂੰ ਤੇਰੇ ਹੱਥ ਸੌਂਪ ਦਿਆਂਗਾ। ਸੋ ਇਸਰਾਏਲੀਆਂ ਨੇ ਗਿਬਾ ਦੇ ਉਦਾਲੇ ਚਹੇ ਵਿੱਚ ਬੈਠਣ ਵਾਲਿਆਂ ਨੂੰ ਬਿਠਾਇਆ ਅਤੇ ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬੈਨਯਾਮੀਨੀਆਂ ਉੱਤੇ ਚੜਾਈ ਕੀਤੀ ਅਤੇ ਅੱਗੇ ਅੱਗੇ ਵਾਂਗੂ ਗਿਬਾ ਦੇ ਸਾਹਮਣੇ ਫਿਰ ਪਾਲ ਬੰਨੀ ਅਤੇ ਬੈਨਯਾਮੀਨੀ ਲੋਕਾਂ ਦਾ ਸਾਹਮਣਾ ਕਰਨ ਲਈ ਨਿਕਲੇ ਅਤੇ ਸ਼ਹਿਰੋਂ ਦੂਰ ਤੀਕਰ ਖਿੱਚੇ ਗਏ ਅਤੇ ਉਹਨਾਂ ਸੜਕਾਂ ਤੋਂ ਜਿਨ੍ਹਾਂ ਵਿੱਚ ਇੱਕ ਸੜਕ ਬੇਤੇਲ ਵੱਲ ਅਤੇ ਦੂਜੀ ਰੜੇ ਵਿੱਚ ਗਿਬਾ ਵੱਲ ਜਾਂਦੀ ਸੀ, ਅੱਗੇ ਵਾਕਰ ਲੋਕਾਂ ਨੂੰ ਮਾਰਨਾ ਔਰ ਵੱਢਣਾ ਆਰੰਭ ਕੀਤਾ ਅਤੇ ਇਸਰਾਏਲ ਦੇ 30 ਮਨੁੱਖ ਵੱਢ ਸੁੱਟੇ। ਤਾਂ ਬੈਨਯਾਮੀਨੀਆਂ ਨੇ ਆਖਿਆ, ਜੋ ਅੱਗੇ ਵਾਂਗ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ। ਅਤੇ ਇਸਰਾਏਲੀਆਂ ਨੇ ਆਖਿਆ, ਆਓ ਭੱਜੀਏ ਅਤੇ ਉਹਨਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਏ। ਤਦ ਸਾਰੇ ਇਸਰਾਏਲ ਦੇ ਮਨੁੱਖ ਇੱਕ ਇੱਕ ਆਪਣਾ ਥਾਂ ਉੱਤੋਂ ਉੱਠ ਖਲੋਤਾ ਅਤੇ ਬਾਲ ਤਾਮਾਰ ਵਿੱਚ ਪਾਲ ਬੰਨੀ। ਉਸ ਵੇਲੇ ਉਹ ਇਸਰਾਏਲੀ ਜੋ ਛੇ ਵਿੱਚ ਬੈਠੇ ਸਨ ਆਪਣੀਆਂ ਥਾਵਾਂ ਤੋਂ ਗਿਬਾ ਦੇ ਰੜੇ ਵਿੱਚ ਕਾਹਲੀ ਨਾਲ ਨਿਕਲ ਆਏ ਅਤੇ ਸਾਰੇ ਇਸਰਾਏਲ ਦੇ ਚੁਣੇ ਹੋਏ 10,000 ਜਵਾਨ ਗਿਬਾ ਉੱਤੇ ਆਣ ਪਏ ਅਤੇ ਡਾਢੀ ਲੜਾਈ ਮੱਚੀ। ਪਰ ਉਹਨਾਂ ਨੇ ਨਾ ਜਾਤਾ ਪਈ ਸਾਡੇ ਉੱਤੇ ਵਿਜ ਆ ਪਹੁੰਚੀ ਹੈ। ਤਦ ਯਹੋਵਾ ਨੇ ਬੈਨਯਾਮੀਨ ਨੂੰ ਇਸਰਾਏਲ ਦੇ ਅੱਗੋਂ ਮਾਰਿਆ ਅਤੇ ਇਸਰਾਏਲੀਆਂ ਨੇ ਉਸ ਦਿਨ 25,000 ਤੇ 100 ਬੈਨਯਾਮੀਨੀਆਂ ਨੂੰ ਵੱਢਿਆ। ਇਹ ਸਭ ਤਲਵਾਰਧਾਰੀ ਸਨ। ਬੈਨਯਾਮੀਨੀਆਂ ਨੇ ਡਿੱਠਾ, ਜੋ ਅਸੀਂ ਹਾਰ ਗਏ ਹਾਂ, ਕਿਉਂ ਜੋ ਇਸਰਾਏਲ ਦੇ ਮਨੁੱਖ ਬੈਨਯਾਮੀਨੀਆਂ ਦੇ ਅੱਗੋਂ ਨੱਠੇ। ਇਸ ਲਈ ਜੋ ਉਹਨਾਂ ਨੇ 6 ਪੈਣ ਵਾਲੀਆਂ ਉੱਤੇ ਪ੍ਰਤੀਤ ਰੱਖੀ ਸੀ, ਜਿਨ੍ਹਾਂ ਨੂੰ ਗਿਬਾ ਦੇ ਉਦਾਲੇ ਬਿਠਾਇਆ ਸੀ। ਤਦ ਚਹਿ ਵਾਲੇ ਛੇਤੀ ਨਾਲ ਗਿਬਾ ਉੱਤੇ ਆਣ ਪਏ ਅਤੇ ਚਹਿ ਵਾਲੇ ਆਪਣੇ ਆਪ ਨੂੰ ਖਿਲਾਰ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ। ਪਰ ਇਸਰਾਏਲ ਦੀਆਂ ਲੋਕਾਂ ਵਿੱਚ ਅਤੇ ਚਹਿ ਵਾਲਿਆਂ ਵਿੱਚ ਇਹ ਨਿਸ਼ਾਨੀ ਠਹਿਰਾਈ ਹੋਈ ਸੀ, ਜੋ ਇਹ ਇੱਕ ਧੂਏ ਦਾ ਵੱਡਾ ਬੱਦਲ ਸ਼ਹਿਰੋਂ ਉਤਾਹਾਂ ਨੂੰ ਕੱਢਣ ਜਾਂ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬੈਨਯਾਮੀਨੀ ਮਾਰਨ ਲੱਗੇ ਅਤੇ ਉਹਨਾਂ ਵਿੱਚੋਂ 30 ਮਨੁੱਖ ਵੱਢ ਸੁੱਟੇ, ਕਿਉਂ ਜੋ ਉਹਨਾਂ ਨੇ ਆਖਿਆ ਪਏ, ਨਿਸੰਗ ਉਹ ਸਾਡੇ ਸਾਹਮਣਿਓਂ ਹਾਰੇ ਜਾਂਦੇ ਸਨ, ਜ਼ਿਕਰ ਪਹਿਲੀ ਲੜਾਈ ਵਿੱਚ ਹਾਰੇ ਸਨ। ਪਰ ਜਿਸ ਵੇਲੇ ਧੂਏ ਦਾ ਬੱਦਲ ਇਕਸਾਰ ਸ਼ਹਿਰੋਂ ਉੱਠਿਆ ਤਾਂ
ਬੇਨਿਯਮੀਨੀਆਂ ਨੇ ਆਪਣੇ ਪਿੱਛੋਂ ਡਿੱਠਾ ਅਤੇ ਵੇਖੋ ਸਹਿਰੋਂ ਆਕਾਸ਼ ਤੋੜੀ ਧੂਆਂ ਰੌਲੀ ਉੱਠ ਰਹੀ ਸੀ। ਇਸਰਾਏਲ ਦੇ ਮਨੁੱਖ ਮੁੜੇ ਔਰ ਬੇਨਿਯਮੀਨ ਦੇ ਲੋਕ ਘਬਰਾ ਗਏ, ਕਿਉਂ ਜੋ ਉਹਨਾਂ ਨੇ ਡਿੱਠਾ ਪਈ ਬਿੱਝ ਆਣ ਪਈ। ਸੋ ਇਸਰਾਏਲ ਦੇ ਮਨੁੱਖਾਂ ਦੇ ਸਾਹਮਣਿਓਂ ਆਪਣੇ ਪਿੱਠ ਪਵਾ ਕੇ ਉਜਾੜ ਵੱਲ ਤੁਰ ਪਏ, ਪਰ ਲੜਾਈ ਉਹਨਾਂ ਉੱਤੇ ਜਾ ਪਈ ਅਤੇ ਉਹਨਾਂ ਲੋਕਾਂ ਨੇ ਜਿਹੜੇ ਹੋਰਨਾਂ ਸ਼ਹਿਰਾਂ ਤੋਂ ਆਏ ਸਨ ਉਹਨਾਂ ਨੂੰ ਵੀ ਵਿੱਚੋਂ ਵੱਢ ਸੁੱਟਿਆ। ਉਹਨਾਂ ਨੇ ਬੇਨਿਯਮੀਨੀਆਂ ਨੂੰ ਘੇਰਿਆ ਅਤੇ ਉਹਨਾਂ ਦਾ ਪਿੱਛਾ ਕੀਤਾ ਅਤੇ ਗਿਬਾ ਦੇ ਚੜ੍ਹਦੇ ਬੰਨੇ ਪੜਾਅ ਪਰ ਉਹਨਾਂ ਨੂੰ ਲਿਤਾੜ ਸੁੱਟਿਆ। ਸੋ ਬੇਨਿਯਮੀਨੀਆਂ ਦੇ 18,000 ਡਿੱਗ ਪਏ। ਇਹ ਸਭੇ ਸੂਰਮੇ ਮਨੁੱਖ ਸਨ। ਉਹ ਮੁੜ ਕੇ ਉਜਾੜ ਵਿੱਚ ਰਿਮੋਨ ਦੀ ਪਹਾੜੀ ਵੱਲ ਨੱਟ ਗਏ ਅਤੇ ਸੜਕਾਂ ਵਿੱਚੋਂ ਚੁਣ ਕੇ 5,000 ਮਾਰ ਸੁੱਟੇ ਅਤੇ ਗਿਦੋਮ ਤੋੜੀ ਉਹਨਾਂ ਦਾ ਵੱਡਾ ਤਕੜਾ ਪਿੱਛਾ ਕੀਤਾ ਅਤੇ ਉਹਨਾਂ ਵਿੱਚੋਂ 2,000 ਹੋਰ ਮਾਰੇ। ਸੋ ਸਭ ਬੇਨਿਯਮੀਨੀ ਜੋ ਉਸ ਦਿਨ ਡਿੱਗ ਪਏ 25,000 ਤਲਵਾਰਧਾਰੀ ਜਵਾਨ ਸਨ ਅਤੇ ਇਹ ਸਾਰੇ ਸੂਰਮੇ ਸਨ। ਪਰ 600 ਮਨੁੱਖ ਉਜਾੜ ਵੱਲ ਮੁੜ ਕੇ ਰਿਮੋਨ ਦੀ ਪਹਾੜੀ ਨੂੰ ਭੱਜ ਗਏ ਅਤੇ ਰਿਮੋਨ ਦੀ ਪਹਾੜੀ ਵਿੱਚ 4 ਮਹੀਨੇ ਰਹੇ। ਤਦ ਇਸਰਾਏਲ ਦੇ ਮਨੁੱਖ ਬੇਨਿਯਮੀਨੀਆਂ ਉੱਤੇ ਮੁੜੇ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ, ਨਾਲੇ ਸਾਰੇ ਸ਼ਹਿਰ ਨੂੰ ਅਤੇ ਪਸ਼ੂਆਂ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਹਨਾਂ ਨੂੰ ਲੱਭੇ ਅਤੇ ਜੋ ਸ਼ਹਿਰ ਉਹਨਾਂ ਨੂੰ ਲੱਭਾ ਉਸ ਨੂੰ ਸਾੜ ਸੁੱਟਿਆ। ਨਿਆਂਇਆਂ ਦੀ ਪੋਥੀ ਅਧਿਆਇ 21। ਇਸਰਾਏਲ ਦੀਆਂ ਲੋਕਾਂ ਨੇ ਮਿਸਪਾ ਵਿੱਚ ਸਹੁੰ ਖਾਧੀ ਸੀ, ਭਈ ਸਾਡੇ ਵਿੱਚੋਂ ਕੋਈ ਆਪਣੀ ਧੀ ਬੇਨਿਯਮੀਨ ਵਿੱਚ ਵਿਆਹੁਣ ਲਈ ਨਾ ਦੇਵੇਗਾ। ਲੋਕ ਬੇਥੇਲ ਵਿੱਚ ਆਏ ਅਤੇ ਸੰਧਿਆ ਤੋੜੀ ਉੱਤੇ ਪਰਮੇਸ਼ਰ ਦੇ ਅੱਗੇ ਬੈਠੇ ਰਹੇ ਅਤੇ ਉੱਚੀ ਆਵਾਜ਼ ਨਾਲ ਡਾਢੇ ਰੋਏ ਅਤੇ ਬੋਲੇ, ਹੇ ਯਹੋਵਾ ਇਸਰਾਏਲ ਦੇ ਪਰਮੇਸ਼ਰ, ਇਸਰਾਏਲ ਉੱਤੇ ਇਹ ਕੀ ਅਨਰਥ ਆਇਆ ਜੋ ਇਸਰਾਏਲ ਵਿੱਚੋਂ ਅੱਜ ਇੱਕ ਗੋਤ ਕੱਟ ਗਿਆ। ਤਾਂ ਅਜਿਹਾ ਹੋਇਆ ਜੋ ਅਗਲੇ ਭਲਕੇ ਲੋਕਾਂ ਨੇ ਸਵੇਰ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਅਤੇ ਸੁੱਖ ਸ਼ਾਂਤ ਦੀਆਂ ਭੇਟਾਂ ਚੜਾਈਆਂ। ਅਤੇ ਇਸਰਾਏਲੀਆਂ ਨੇ ਆਖਿਆ, ਜੋ ਇਸਰਾਏਲ ਦੇ ਸਾਰੀਆਂ ਗੋਤਾਂ ਵਿੱਚੋਂ ਕਿਹੜਾ ਹੈ ਜੋ ਯਹੋਵਾ ਦੇ ਸਨਮੁਖ ਸਭਾ ਦੇ ਨਾਲ ਹੀ ਨਹੀਂ ਚੜ ਆਇਆ, ਕਿਉਂ ਜੋ ਉਹਨਾਂ ਨੇ ਡਾਢੀ ਸਹੁੰ ਖਾਧੀ ਸੀ, ਭਈ ਜਿਹੜਾ ਕੋਈ ਯਹੋਵਾ ਦੇ ਸਨਮੁਖ ਮਿਸਪਾ ਵਿੱਚ ਨਾ ਆਵੇਗਾ ਸੋ ਨਿਸੰਗ ਵੱਢਿਆ ਜਾਵੇਗਾ। ਸੋ ਇਸਰਾਏਲ ਆਪਣੇ ਭਰਾ ਬੇਨਿਯਮੀਨ ਦੇ ਕਾਰਨ ਪਛਤਾਏ ਅਤੇ ਬੋਲੇ, ਜੋ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਅਤੇ ਜਿਹੜੇ ਬਚ ਰਹੇ ਸਨ ਉਹਨਾਂ ਨੂੰ ਅਸੀਂ ਕਿੱਥੋਂ ਵਹੁਟੀਆਂ ਦੇਈਏ, ਕਿਉਂ ਜੋ ਅਸਾਂ ਤਾਂ ਯਹੋਵਾ ਦੀ ਸਹੁੰ ਖਾਧੀ ਹੈ, ਸੋ ਅਸੀਂ ਆਪਣੀਆਂ ਧੀਆਂ ਉਹਨਾਂ ਨੂੰ ਵਿਆਹੁਣ ਲਈ ਨਹੀਂ ਦੇਣੀਆਂ। ਤਾਂ ਉਹਨਾਂ ਨੇ ਆਖਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਪਾ ਵਿੱਚ ਯਹੋਵਾ ਦੇ ਸਨਮੁਖ ਨਹੀਂ ਚੜਿਆ ਗਿਆ। ਤਾਂ ਵੇਖੋ ਸਭਾ ਵਿੱਚ ਇਕੱਠੇ ਹੋਣ ਲਈ ਯਾਬੇਸ ਗਿਲਿਆਦ ਦੇ ਵਾਸੀਆਂ ਵਿੱਚੋਂ ਉੱਤੇ ਕੋਈ ਨਹੀਂ ਆਇਆ ਸੀ, ਕਿਉਂ ਜੋ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਸੀ ਤਾਂ ਵੇਖੋ ਯਾਬੇਸ ਗਿਲਿਆਦ ਦੇ ਵਾਸੀਆਂ ਵਿੱਚੋਂ ਕੋਈ ਨਾ ਲੱਭਾ। ਤਦ ਸਭਾ ਨੇ 12,000 ਸੂਰਮੇ ਮਨੁੱਖ ਤੋਰ ਕੇ ਉਹਨਾਂ ਨੂੰ ਆਗਿਆ ਦਿੱਤੀ, ਜੋ ਯਾਬੇਸ ਗਿਲਿਆਦ ਦੇ ਵਾਸੀਆਂ ਨੂੰ ਤੀਵੀਆਂ ਅਤੇ ਬਾਲਕਾਂ ਸਣੇ ਤਲਵਾਰ ਦੀ ਧਾਰ ਨਾਲ ਜਾ ਕੇ ਵੱਢ ਸੁੱਟੋ ਅਤੇ ਇਹ ਕੰਮ ਕਰਨਾ ਜੋ ਸਾਰਿਆਂ ਪੁਰਸ਼ਾਂ ਅਤੇ ਉਹਨਾਂ ਤੀਵੀਆਂ ਨੂੰ ਜਿਨ੍ਹਾਂ ਮਨੁੱਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ। ਸੋ ਉਹਨਾਂ ਨੇ ਯਾਬੇਸ ਗਿਲਿਆਦ ਦੇ ਵਾਸੀਆਂ ਵਿੱਚੋਂ 400 ਕੁਆਰੀਆਂ ਲੱਭੀਆਂ ਜਿਹੜੀਆਂ ਮਨੁੱਖਾਂ ਤੋਂ ਅਣਜਾਣ ਸਨ,
ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਉਹ ਉਹਨਾਂ ਨੂੰ ਕਨਾਨ ਦੇ ਦੇਸ਼ ਵਿੱਚ ਸੀਲੋ ਦੇ ਡੇਰੇ ਵਿੱਚ ਲਿਆਏ। ਤਦ ਸਾਰੀ ਸਭਾ ਨੇ ਬੈਨਯਮੀਨੀਆਂ ਨੂੰ ਜੋ ਰਿਮੋਨ ਦੀ ਪਹਾੜੀ ਵਿੱਚੋਂ ਸਨ ਆਖ ਕੱਲਿਆ ਅਤੇ ਸੁੱਖ ਸ਼ਾਂਤ ਦਾ ਸੁਨੇਹਾ ਉਹਨਾਂ ਨੂੰ ਦਿੱਤਾ। ਸੋ ਉਸ ਵੇਲੇ ਬੈਨਯਮੀਨੀ ਮੁੜ ਆਏ ਅਤੇ ਉਹਨਾਂ ਨੂੰ ਯਾਬੇਸ ਗਿਲਿਆਦ ਦੀਆਂ ਕੁੜੀਆਂ ਜਿਹੜੀਆਂ ਬੱਚੀਆਂ ਸਨ ਉਹਨਾਂ ਨੂੰ ਦੇ ਦਿੱਤੀਆਂ, ਪਰ ਉਹਨਾਂ ਲਈ ਪੂਰੀਆਂ ਨਾ ਹੋਈਆਂ। ਲੋਕ ਬੈਨਯਮੀਨ ਦੇ ਲਈ ਬਹੁਤ ਪਛਤਾਏ। ਇਸ ਲਈ ਜੋ ਯਹੋਵਾ ਨੇ ਇਸਰਾਏਲ ਦੇ ਗੋਤਾਂ ਵਿੱਚ ਤੋੜ ਪਾ ਦਿੱਤੀ ਸੀ। ਤਦ ਸਭਾ ਦੇ ਬਜ਼ੁਰਗ ਬੋਲੇ, ਜਿਹੜੇ ਵੱਧ ਰਹੇ ਹਨ ਉਹਨਾਂ ਦੇ ਲਈ ਵਹੁਟੀਆਂ ਦਾ ਕੀ ਕਰੀਏ, ਕਿਉਂ ਜੋ ਬੈਨਯਮੀਨੀਆਂ ਦੀਆਂ ਸਾਰੀਆਂ ਤੀਵੀਆਂ ਮਾਰੀਆਂ ਗਈਆਂ। ਤਦ ਉਹਨਾਂ ਨੇ ਆਖਿਆ, ਇਹ ਲੋੜੀਦਾ ਹੈ ਭਈ ਜਿਹੜੇ ਬੈਨਯਮੀਨ ਦੇ ਵਿੱਚੋਂ ਵੱਧ ਰਹੇ ਹਨ ਉਹਨਾਂ ਦੇ ਲਈ ਪਤੀ ਰਹੇ। ਇਸ ਕਰਕੇ ਜੋ ਇਸਰਾਏਲੀਆਂ ਦਾ ਇੱਕ ਗੋਤ ਮੇਸਿਆ ਨਾ ਜਾਵੇ। ਤਦ ਵੀ ਅਸੀਂ ਤਾਂ ਉਹਨਾਂ ਨੂੰ ਵਹੁਟੀਆਂ ਦੇ ਲਈ ਆਪਣੀਆਂ ਧੀਆਂ ਨਹੀਂ ਦੇ ਸਕਦੇ, ਕਿਉਂ ਜੋ ਇਸਰਾਏਲੀਆਂ ਨੇ ਸਹੁੰ ਖਾਧੀ ਹੈ ਭਈ ਜਿਹੜਾ ਬੈਨਯਮੀਨੀ ਨੂੰ ਵਹੁਟੀ ਦੇਵੇ ਸੋ ਸਰਾਪੀ ਹੋਵੇ। ਤਦ ਉਹਨਾਂ ਨੇ ਆਖਿਆ, ਵੇਖੋ ਸੀਲੋ ਵਿੱਚ ਯਹੋਵਾ ਦੇ ਲਈ ਵਰੇ ਦਾ ਪਰਬ ਹੈ, ਉਸ ਸਥਾਨ ਦੇ ਕੋਲ ਜੋ ਬੇਤੇਲ ਦੇ ਉੱਤਰ ਅਤੇ ਉਸ ਸੜਕ ਦੇ ਚੜ੍ਹਦੇ ਜਿਹੜੀ ਬੇਤੇਲ ਸਕਮ ਨੂੰ ਲਬੋਨਾ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ। ਤਦ ਉਹਨਾਂ ਨੇ ਬੈਨਯਮੀਨੀਆਂ ਨੂੰ ਆਗਿਆ ਦਿੱਤੀ ਗਈ ਭਈ ਜਾਓ ਅਤੇ ਦਾਖ ਦੇ ਬਾਗਾਂ ਦੇ ਵਿਚਕਾਰ ਚਹਿ ਵਿੱਚ ਬੈਠੋ ਅਤੇ ਧਿਆਨ ਰੱਖੋ। ਵੇਖੋ ਜੇਕਰ ਸੀਲੋ ਦੀਆਂ ਧੀਆਂ ਨੱਚਣ ਨੂੰ ਬਾਹਰ ਨਿਕਲਣ ਤਾਂ ਤੁਸੀਂ ਦਾਖ ਦੇ ਬਾਗਾਂ ਵਿੱਚੋਂ ਨਿਕਲ ਕੇ ਸੀਲੋ ਦੀਆਂ ਧੀਆਂ ਵਿੱਚੋਂ ਇੱਕ ਇੱਕ ਵਹੁਟੀ ਆਪਣੇ ਲਈ ਫੜ ਲਓ ਅਤੇ ਬੈਨਯਮੀਨ ਦੇ ਦੇਸ਼ ਨੂੰ ਤੁਰ ਜਾਓ। ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਉਹਨਾਂ ਦੇ ਪਿਓ ਜਾਂ ਭਰਾ ਸਾਡੇ ਕੋਲ ਆਣ ਕੇ ਪੁਕਾਰਨਗੇ ਤਾਂ ਅਸੀਂ ਉਹਨਾਂ ਨੂੰ ਆਖਾਂਗੇ ਭਈ ਸਾਡੇ ਲਈ ਉਹਨਾਂ ਨੂੰ ਬਖਸ਼ ਦਿਓ, ਕਿਉਂ ਜੋ ਅਸਾਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਵਹੁਟੀ ਨਾ ਫੜੀ, ਨਾ ਤੁਸਾਂ ਆਪੇ ਉਹਨਾਂ ਨੂੰ ਉਹ ਕੁੜੀਆਂ ਦਿੱਤੀਆਂ ਜੋ ਤੁਸੀਂ ਅਪਰਾਧੀ ਹੁੰਦੇ। ਗੱਲ ਖਾਦੀ ਬੈਨਯਮੀਨੀਆਂ ਨੇ ਅਜਿਹਾ ਹੀ ਕੀਤਾ। ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ ਇੱਕ ਵਹੁਟੀ ਫੜ ਲਈ ਅਤੇ ਲੈ ਕੇ ਆਪਣੀ ਪਤੀ ਵੱਲ ਮੁੜ ਪਏ ਅਤੇ ਆਪਣੀਆਂ ਸ਼ਹਿਰਾਂ ਨੂੰ ਆ ਸੁਧਾਰਿਆ ਔਰ ਉਹਨਾਂ ਵਿੱਚ ਵਸੇ ਅਤੇ ਇਸਰਾਏਲੀ ਉਸ ਵੇਲੇ ਉੱਤੋਂ ਤੁਰ ਗਏ। ਸਭੋ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਟੱਬਰ ਵਿੱਚ ਅਤੇ ਉਹ ਸਭੇ ਉੱਤੋਂ ਆਪੋ ਆਪਣੀ ਪਤੀ ਵੱਲ ਗਏ। ਅਤੇ 19 ਦਿਨੀ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ ਜੋ ਕਿਸੇ ਨੂੰ ਚੰਗਾ ਦਿਸਦਾ ਸੀ ਸੋ ਕਰਦਾ ਸੀ। ਆਮੀਨ ਆਮੀਨ। ਪ੍ਰਭੂ ਦੇ ਪਿਆਰਿਓ, ਤੁਹਾਨੂੰ ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਵੇਖਾਂਗੇ। ਉਤਪਤ ਦੇ ਕਿਤਾਬ ਅਧਿਆਇ 24। ਇਸ ਵਿੱਚ ਆਪਾਂ ਵੇਖਦੇ ਹਾਂ ਇਸਹਾਕ ਲਈ ਰਿਬਕਾ ਨੂੰ ਵਿਆਹ ਕੇ ਲੈ ਆਂਦੇ। ਇਸ ਅਧਿਆਇ ਦੇ ਵਿੱਚ ਆਪਾਂ 4 ਲੋਕਾਂ ਦੇ ਉਸ ਵਫਾਦਾਰੀ ਨੂੰ, ਉਹਨਾਂ ਦੀ ਸੱਚਾਈ ਨੂੰ, ਉਹਨਾਂ ਦੀ ਧਰਮ ਗੱਲਾਂ ਨੂੰ ਆਪਾਂ ਵੇਖ ਸਕਦੇ ਹਾਂ। ਅਬਰਾਹਮ ਜੋ ਚਾਹੁੰਦਾ ਹੈ ਕਿ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਧੀਆਂ ਵਿੱਚ ਵਹੁਟੀ ਨਾ ਬਣਾਵਾਂ ਅਤੇ ਮੈਂ ਮੇਰੇ ਟੱਬਰ ਦੇ ਵਿੱਚੋਂ ਮੇਰੇ ਪੁੱਤਰ ਲਈ ਵਹੁਟੀ ਲੈ ਆਵਾਂ। ਇਸ ਗੱਲ ਦੇ ਵਿੱਚ ਉਹ ਕਾਇਮ ਰਹਿੰਦਾ ਅਤੇ ਉਸ ਲਈ ਆਪਣੇ ਨੌਕਰ ਅਲੀਐਜ਼ਰ ਨੂੰ ਕਿਹਾ ਕਰਦਾ। ਅਲੀਐਜ਼ਰ ਜਾਂਦੇ ਜਾਂਦੇ ਉਹ ਆਪਣੀ ਮਾਲਕ ਦੀ ਸੁੱਖ ਸਾਂਦ ਲਈ ਦੁਆ ਕਰਦਾ। ਜਿਵੇਂ ਉਹ ਦੁਆ ਕਰਦਾ ਉਵੇਂ ਹੀ ਪ੍ਰਭੂ ਪਰਮੇਸ਼ਰ ਉਹਦੇ ਨਾਲ ਕਰਦਾ ਅਤੇ ਉਹਦੇ ਰਾਹ ਦਾ ਸਫਲ ਹੋ ਜਾਂਦਾ। ਜਦ ਉਹ ਰਿਬਕਾ ਦੇ ਘਰ ਵਿੱਚ ਆਂਦਾ ਅਤੇ ਰਿਬਕਾ ਦੇ ਮਾਂ-ਬਾਪ ਵੀ ਪ੍ਰਭੂ ਦੀਆਂ ਉਹਨਾਂ ਗੱਲਾਂ ਦੇ ਵਿੱਚ ਸਹਿਮਤ ਹੁੰਦੇ ਅਤੇ ਆਪਣੀ ਧੀ ਨੂੰ ਉਸ ਅਲੀਐਜ਼ਰ ਨਾਲ ਇਸਾਕ ਲਈ ਵਹੁਟੀ ਬਣਾਉਣ ਲਈ ਦਿੰਦੇ। ਅਤੇ ਰਿਬਕਾ ਦੇ ਪ੍ਰਤੀ ਜੇ ਵੇਖੀਏ ਤਾਂ ਰਿਬਕਾ ਜੋ ਹੈ ਮਿਹਨਤੀ ਅਤੇ ਉਹ ਦਿਲੋਂ
ਰੂਪਵੰਤ ਬਣ ਕੇ ਨਜ਼ਰ ਆਉਂਦੇ ਹੋਏ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਸ ਸਾਰੇ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ ਧਰਮੀ ਉੱਤੇ ਕਨੇਰੀਆਂ ਬਰਕਤਾਂ ਪੈਂਦੀਆਂ। ਇਸੇ ਪ੍ਰਕਾਰ ਆਪਾਂ ਵੇਖੀਏ ਨਿਆਂਆਂ ਦੀ ਪੋਥੀ ਅਧਿਆਇ 19 ਦੇ ਵਿੱਚ ਇੱਕ ਲੇਵੀ ਮਨੁੱਖ ਜੋ ਨਹੀਂ ਕਰਨਾ ਚਾਹੀਦਾ ਉਹ ਕਰਦਾ। ਉਹ ਇੱਕ ਸੁਰੀਤ ਨੂੰ ਆਪਣੇ ਲਈ ਵਿਆਹ ਕੇ ਲੈ ਆਂਦਾ। ਉਹ ਉਹਦੇ ਖਿਲਾਫ ਕੁਕਰਮ ਕਰਕੇ ਉਹ ਆਪਣੇ ਪਿਓਕੇ ਜਾ ਕੇ ਬੈਠ ਜਾਂਦੀ। ਫਿਰ ਉਸ ਨੂੰ ਮਨਾ ਕੇ ਲੈ ਆਉਣ ਲਈ ਉਹ ਮਨੁੱਖ ਇਫਰਾਇਮ ਤੋਂ ਚੱਲ ਕੇ ਯਰੂਸ਼ਲਮ ਨੂੰ ਜਾਂਦਾ ਅਤੇ ਉੱਥੋਂ ਉਸ ਨੂੰ ਵਾਪਸ ਮੁੜ ਕੇ ਆਂਦਾ। ਆਉਂਦੇ ਹੋਏ ਰਾਹ ਦੇ ਵਿੱਚ ਗਿਬਿਆ ਦੇ ਲੋਕ ਉਸ ਤੀਵੀ ਨੂੰ ਮਾਰ ਦਿੰਦੇ। ਇਸ ਕਾਰਨ ਨਿਆਂਆਂ ਦੀ ਪੋਥੀ 20 ਅਤੇ 21 ਦੇ ਵਿੱਚ ਇੱਕ ਬਹੁਤ ਵੱਡੀ ਅਸਰ ਇਸਰਾਏਲ ਦੇ ਵਿੱਚ ਪੈਂਦੇ ਹੋਏ ਆਪਾਂ ਵੇਖਦੇ ਹਾਂ। ਇੱਕ ਲੇਵੀ ਜੋ ਨਹੀਂ ਕਰਨਾ ਚਾਹੀਦਾ ਉਸ ਨੂੰ ਕਰਕੇ ਉਸ ਦੇ ਕਾਰਨ ਉਹ ਪੂਰੇ ਇਸਰਾਏਲ ਦੇ ਵਿੱਚ ਇੱਕ ਬਹੁਤ ਵੱਡੀ ਤੂੜ ਨੂੰ ਲੈ ਆਂਦਾ ਅਤੇ ਇਸਰਾਏਲ ਅਤੇ ਬੇਨਿਯਮੀਨ ਗਿਲਿਆਦ ਦੇ ਵਿਚਕਾਰ ਬਹੁਤ ਵੱਡੀ ਲੜਾਈ ਪੈਂਦੀ ਹੈ ਅਤੇ ਇਸਰਾਏਲ ਯਹੋਵਾ ਕੋਲ ਪੁੱਛਦੇ। ਇਸ ਗੱਲ ਨੂੰ ਆਪਾਂ ਨਿਆਂਆਂ ਦੀ ਪੋਥੀ ਅਧਿਆਇ 20 ਦੇ ਵਿੱਚ ਵੇਖਦੇ ਹਾਂ। ਉਹ ਪੁੱਛਦੇ ਕਿ ਅਸੀਂ ਗਿਬਿਆ ਦੇ ਲੋਕਾਂ ਦੇ ਖਿਲਾਫ ਉਸ ਬੇਨਿਯਮੀਨੀ ਦੇ ਖਿਲਾਫ ਅਸੀਂ ਲੜਨ ਜਾਈਏ ਨਾ ਜਾਈਏ। ਯਹੋਵਾ ਕਹਿੰਦਾ ਜਾ, ਪਰ ਉਹ ਯਹੋਵਾ ਕੋਲ ਪੁੱਛਦੇ ਤਾਂ ਪਰ ਉਹ ਕਿਹੜੇ ਤਰੀਕੇ ਨਾਲ ਪੁੱਛਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਪੁੱਛਦੇ। ਇਸ ਕਾਰਨ ਉਹ ਆਪਣੀ ਸੈਨਾ ਦੇ ਵਿੱਚ ਕੁਝ ਨੌਜਵਾਨ ਨੂੰ ਸੂਰਬੀਰਾਂ ਨੂੰ ਕੋ ਬੈਠਦੇ। ਆਖਰੀ ਦੇ ਵਿੱਚ ਉਹ ਵਰਤ ਰੱਖ ਕੇ ਹੋਮ ਦੀਆਂ ਅਤੇ ਸੁਖ ਸ਼ਾਂਤੀ ਦੀਆਂ ਬਲੀਆਂ ਚੜਾ ਕੇ ਜਦ ਯਹੋਵਾ ਪਰਮੇਸ਼ਰ ਕੋਲ ਪੁੱਛਦੇ, ਯਹੋਵਾ ਪਰਮੇਸ਼ਰ ਕਹਿੰਦਾ ਇਸ ਪ੍ਰਕਾਰ ਤੁਸੀਂ ਜਾਓ, ਇਸ ਪ੍ਰਕਾਰ ਤੁਸੀਂ ਜਿੱਤ ਪ੍ਰਾਪਤ ਕਰੋਗੇ। ਤਾਂ ਉਹ ਜਾਂਦੇ ਅਤੇ ਉਹ ਜਿੱਤ ਪ੍ਰਾਪਤ ਕਰਦੇ ਅਤੇ ਉਸ ਦਿਨ ਵਿੱਚ ਬੇਨਿਯਮੀਨੀ ਦੇ ਵਿੱਚ ਬਥੇਰੇ ਮਾਰੇ ਜਾਂਦੇ ਅਤੇ ਇਸਰਾਏਲ ਦੇ ਵਿੱਚ ਇੱਕ ਬਹੁਤ ਵੱਡੀ ਤੂੜ ਪੈਂਦੀ। ਉਹ ਇਹ ਹੈ ਬੇਨਿਯਮੀਨੀ ਦੇ ਵਿੱਚ ਬਥੇਰੇ ਨੌਜਵਾਨਾਂ ਲਈ ਬਥੇਰੇ ਮਨੁੱਖਾਂ ਲਈ ਵਹੁਟੀ ਨਾ ਹੁੰਦੇ ਅਤੇ ਉਹ ਰੋਂਦੇ ਅਤੇ ਇਹ ਕਹਿੰਦੇ ਯਹੋਵਾ ਪਰਮੇਸ਼ਰ ਨੇ ਇਸਰਾਏਲ ਦੇ ਵਿੱਚ ਅੱਜ ਦੇ ਦਿਨ ਤੂੜ ਪਾ ਦਿੱਤਾ। ਆਖਰੀ ਦੇ ਵਿੱਚ ਉਸ ਤੂੜ ਨੂੰ ਉਹ ਮਿਟਾਉਣ ਲਈ ਉਹ ਬਹੁਤ ਸਾਰੇ ਪਲਾਨ ਬਣਾ ਕੇ ਬੇਨਿਯਮੀਨ ਲਈ ਵਹੁਟੀ ਬਣਾਉਂਦੇ ਹੋਏ ਨਿਆਂਆਂ ਦੀ ਪੋਥੀ ਅਧਿਆਇ 21 ਦੇ ਵਿੱਚ ਵੇਖਦੇ ਹਾਂ। ਪ੍ਰਭੂ ਦੇ ਪਿਆਰਿਓ, ਇਨ੍ਹਾਂ ਸਾਰੇ ਅਧਿਆਇਆਂ ਦੇ ਦੁਆਰਾ ਆਪਾਂ ਇੱਕ ਗੱਲ ਨੂੰ ਵੇਖਦੇ ਹਾਂ, ਧਰਮੀ ਉੱਤੇ ਕਨੇਰੀਆਂ ਆਸੀਸਾਂ ਪੈਂਦੀਆਂ ਪਰ ਕੁਦਰਮੀ ਨੂੰ ਪ੍ਰਭੂ ਪਰਮੇਸ਼ਰ ਨਾਸ ਕਰਦਾ। ਕੁਦਰਮੀ ਇਹ ਸੋਚ ਸਕਦਾ ਹੈ ਕਿ ਹਜੇ ਮੇਰਾ ਦਿਨ ਨਹੀਂ ਆਇਆ, ਪਰ ਪ੍ਰਭੂ ਚਾਹੇ ਤਾਂ ਉਹ ਦਿਨ ਛੇਤੀ ਹੀ ਉਹਦੇ ਕੋਲ ਲੈ ਆ ਸਕਦਾ ਹੈਗਾ। ਪ੍ਰਭੂ ਦੇ ਪਿਆਰਿਓ, ਉਰੇ ਜਿਹੜੇ ਕੁਕਰਮੀ ਕੰਮ ਕਰਦੇ ਨੇ, ਜਿਹੜੇ ਉਸ ਪਾਪੀ ਦੇ ਸਾਥ ਦਿੰਦੇ ਨੇ, ਉਹ ਸਾਰੇ ਨਾਸ ਹੋ ਜਾਂਦੇ। ਪਰ ਜਿਹੜਾ ਪ੍ਰਭੂ ਉੱਤੇ ਭਰੋਸਾ ਰੱਖ ਕੇ ਪ੍ਰਭੂ ਦਾ ਭੈ ਮੰਨ ਕੇ ਪ੍ਰਭੂ ਦੇ ਲਈ ਚੰਗੇ ਕੰਮ ਕਰਨ ਦੇ ਲਈ ਸੋਚਦਾ ਹੈ, ਉਹਦਾ ਰਾਹ ਸਫਲ ਹੋ ਜਾਂਦਾ। ਪ੍ਰਭੂ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਤੁਹਾਨੂੰ ਸਭਨਾਂ ਨੂੰ ਆਸੀਸ ਦੇਵੇ। ਜੈ ਮਸੀਹ ਦੀ। God bless you.